दास पगबंद रामदास अर्जन गुरु बार श्री हरगोबिंद श्री नानक अंगद गुरु अमरदास पगबंद रामदास अर्जन गुरु बार श्री हरगोबिंद हरि राय हर कृष्ण गौर बार तेग बहादुर चंद दसवें गोबिंद सिंह गौर नमो चरण अरविंद दसवें गोबिंद सिंह गौर नमो चरण अरविंद जिसमें अमृत ज्ञान है मानक भगत बैराग श्री गुरु ग्रंथ साहिब उदद बंदों कर अनुराग एक ओंकारा सतगुरु तेह प्रसाद सच होए वाहे गुरु जी की फतेह विघ्न विनाशन सोए। धन धन सच्चे पातशाह गरीब नवाज दीन दुनिया ते मालक चबर छत्र तखत दे मालक समरथ गुरु परतख गुरु दीन दयाल कृपाल अंतरजामी पूरन पार ब्रह्म परमेश्वर वाहिगुरु अकाल पुरख जी दा सरगुण स्वरूप धन धन सच्चे पातशाह धन धन श्री गुरु ग्रंथ साहिब जी महाराज ग्रंथ साहिब जी महाराज सतगुरु जी की पवित्र पावन हाजरी विखे सुभाईमान संगत जी बड़े ही प्यार दे नाल सारियां संगतां गज के कहो जी धन धन श्री गुरु ग्रंथ साहिब 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 जी। सतगुरु जी की बड़ी मेहर किरपा दया बख्शिश हुई है। आप जी संगतां गुरु जी के हजूर चरणों में सज के गुरबाणी जी का पाठ मुख वाक आप जी ने सरवण किया है। धनासरी महला पंजवा औखी घड़ी ना देखण देई अपना बिरद संभाले हाथ दे राखै अपने काओ सास सास प्रतिपाले प्रभ स्यों लाग रहे हो मेरा चीत आद अंत प्रभ सदा सहाई धन हमारा बीत रहाओ मन विलास भय साहिब के अचरज देख बड़ाई हर सिमर सिमर आनंद कर नानक प्रभ पूरन पैज रखाई। सच्चे पातशाह गरीब नवाज जी की पवित्र बाणी का मुख वाक आप जी ने सरवण किया है। ਜਿਹੜੇ ਸਿੱਖ ਆਪਣੇ ਗੁਰੂ ਜੀ ਨੂੰ ਧੰਨ ਧੰਨ ਕਹਿੰਦੇ ਹਨ ਸ੍ਰੀ ਅਕਾਲ ਪੁਰਖ ਜੀ ਵਾਹਿਗੁਰੂ ਜੀ ਉਹਨਾਂ ਦੇ ਪਰਦੇ ਕੱਜ ਕੇ ਰੱਖਦੇ ਹਨ। ਸੋ ਫਿਰ ਪਿਆਰ ਨਾਲ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਸੁਭਾਈਮਾਨ ਸੰਗਤ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਨ ਦੁਨੀਆ ਨੂੰ ਧਾਰ ਰਹੇ ਹਨ। ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਜੀ ਦੀ ਧਰਤੀ 'ਤੇ ਸੁਭਾਏਮਾਨ ਹਨ। ਪੈਂਦੇ ਖਾਂ ਦਾ ਸਰੀਰ ਵੱਧ ਰਿਹਾ ਹੈ। ਉਹ ਕਥਾ ਆਪ ਜੀ ਨੇ ਕੱਲ੍ਹ ਸਰਵਣ ਕੀਤੀ ਜੀ। ਇਹਦੇ ਤੋਂ ਬਾਅਦ ਭਾਈ ਦਰਗਾਹ ਭੰਡਾਰੀਆ ਜੀ ਇੱਕ ਹੋਏ ਨੇ ਜੀ। ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਆ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਮਹਾਰਾਜ ਕੁਝ ਗੁਰੂ ਜੀ ਦੇ ਪਿਆਰੇ ਸਿੱਖ ਜਦੋਂ ਬਾਣੀ ਦੀ ਵਿਚਾਰ ਕਰ ਰਹੇ ਹੁੰਦੇ ਆ ਵਿਚਾਰ ਕਰਦਿਆਂ ਕਰਦਿਆਂ ਵਿਚਾਰ ਤਕਰਾਰ ਦਾ ਰੂਪ ਧਾਰਨ ਕਰ ਲੈਂਦੀ ਤਾਂ ਲੜਨ ਲੱਗ ਪੈਂਦੇ ਆ ਜੀ। ਸੰਗਤ ਜੀ ਇਹ ਉਸ ਸਮੇਂ ਵੀ ਨਹੀਂ ਸੀ, ਅੱਜ ਵੀ ਇਹ ਗੱਲਾਂ ਹੈਗੀਆਂ ਜੀ। ਕਰਨ ਗੁਰਬਾਣੀ ਦੀ ਵਿਚਾਰ ਡਏ ਹੁੰਦੇ ਆ ਅਤੇ ਵਿਚਾਰ ਕਰਦਿਆਂ ਕਰਦਿਆਂ ਲੜਨ ਲੱਗ ਪੈਂਦੇ ਆ ਜੀ। ਹਾਂਜੀ, ਉਹ ਅਸਲ ਵਿੱਚ ਗੁਰਬਾਣੀ ਤਾਂ ਨਹੀਂ ਲੜਨਾ ਸਿਖਾਉਂਦੀ ਜੀ। ਜਿਹੜੀ ਆਪਣੀ ਮੱਤ ਹੈ ਨਾ ਬੰਦੇ ਦੀ ਇਹ ਨਹੀਂ ਸਾਹ ਲੈਣ ਦਿੰਦੀ ਜੀ।
ਬੜੀ ਬੁਰੀ ਤਰੀਕੇ ਨਾਲ ਆਪਣੀ ਮੱਤ ਨਹੀਂ ਬੰਦੇ ਦੀ ਮੱਤ ਮਾਰੀ ਪਈ ਜੀ। ਗੁਰੂ ਦੀ ਮੱਤ ਤਾਂ ਸਗੋਂ ਇਕੱਠਿਆਂ ਕਰਦੀ ਹੈ ਜੀ। ਗੁਰੂ ਦੀ ਮੱਤ ਨਹੀਂ ਲੜਨ ਦਿੰਦੀ। ਆਪਣੀ ਮੱਤ ਜਿਹੜੀ ਹੈ ਨਾ ਜੀ, ਇਹ ਖਹਿੜਾ ਨਹੀਂ ਛੱਡਦੀ ਤੇ ਇਕੱਠਿਆਂ ਨਹੀਂ ਹੋਣ ਦਿੰਦੀ ਜੀ। ਮਹਾਰਾਜ ਕਹਿਣ ਲੱਗੇ, ਗੁਰਸਿੱਖੋ, 4 ਤਰ੍ਹਾਂ ਦੀ ਚਰਚਾ ਹੁੰਦੀ ਹੈ ਜੀ, ਗੱਲਬਾਤ ਹੁੰਦੀ ਹੈ। ਉਹਦੇ ਤੋਂ ਬਾਅਦ ਤੇ ਹੇਤ 2 ਪ੍ਰਕਾਰ ਦੀ ਚਰਚਾ ਕੱਲ੍ਹ ਤੁਸੀਂ ਸਰਵਣ ਕੀਤੀ ਸੀਗੀ ਜੀ। ਦੋਵਾਂ ਦਾ ਹੀ ਮੁੱਖ ਮਕਸਦ ਇਹੋ ਹੀ ਸੀਗਾ ਕਿ ਸਿੱਖ ਨਾਲ ਆਪਸ ਵਿੱਚ ਵਿਚਾਰ ਕਰਨ ਤੇ ਕੁਝ ਪ੍ਰਾਪਤੀ ਹੋਵੇ ਜੀ। ਕਥਾ ਸੁਣਿਆ ਕੁਝ ਪੱਲੇ ਪਵੇ ਜੀ, ਕੁਝ ਪ੍ਰਾਪਤੀ ਹੋਵੇ ਸਾਨੂੰ ਜੀ। ਹਾਂਜੀ, ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਜੇ ਕੋਈ ਅਰਥ ਨਹੀਂ ਪਤਾ ਜੀ, ਕਿਸੇ ਦੂਜੇ ਕੋਲੋਂ ਪੁੱਛਣਾ, ਪੁੱਛ ਕੇ ਸਮਝ ਲੈਣਾ, ਹਾਂਜੀ, ਇਹਨੂੰ ਬਾਤ ਕਹਿੰਦੇ ਆ ਜੀ, ਗੱਲਬਾਤ ਕਹਿੰਦੇ ਆ। ਇੱਕ ਅਰਥ ਸਾਨੂੰ ਕਰਨਾ ਹੀ ਹੈ ਜੀ ਬਾਣੀ ਦਾ, ਮਾਇਨਾ ਪਤਾ ਲੱਗਾ। ਦੂਜਾ ਕਹਿੰਦਾ ਨਹੀਂ ਇਹਦਾ ਮਾਇਨਾ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਵੀ ਹੈ, ਉਹਨੂੰ ਵੀ 7 ਵਚਨ ਕਰਕੇ ਮੰਨਣਾ, ਇਹਨੂੰ ਹੇਤ ਕਹਿੰਦੇ ਆ ਜੀ। ਕੱਲ੍ਹ ਤੁਸੀਂ ਕਥਾ ਸੁਣੀ ਸੀਗੀ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਸ ਤਰ੍ਹਾਂ 2 ਜਣੇ ਬੈਠ ਕੇ ਨਾ ਰਸ ਲੈਣ ਬਾਣੀ ਦਾ ਰਸ ਜੀ। ਤੁਸੀਂ ਵੇਖ ਲਓ ਸੰਸਾਰ ਵਿੱਚ ਵਿਚਰ ਕੇ ਬਾਣੀ ਦਾ ਰਸ ਲੈਣ ਵਾਲੇ ਥੋੜ੍ਹੇ ਨੇ ਜੀ। ਬੜੇ ਗਿਆਨਵਾਨ ਪੁਰਸ਼ ਵੀ ਹੈ ਨਾ ਜੀ, ਜਿਹੜੇ ਉਹ ਆਪਣੀ ਮੱਤ ਸੁਣਾ ਕੇ ਖੁਸ਼ ਹੁੰਦੇ ਨੇ ਜੀ। ਆਪਣੀ ਮੱਤ ਦੂਜਿਆਂ ਦੇ ਉੱਤੇ ਥੋਪ ਕੇ ਖੁਸ਼ ਹੁੰਦੇ ਆ ਜੀ। ਹਾਂਜੀ, ਇਹ ਜਿੰਨੇ ਬਖੇੜੇ ਲੜਾਈਆਂ ਅੱਜ ਵੀ ਨੇ ਨਾ ਜੀ ਪੰਥ ਵਿੱਚ, ਉਹ ਇਸੇ ਕਰਕੇ ਹੈ। ਗੁਰੂ ਦੀ ਮੱਤ ਨਹੀਂ ਬੰਦਾ ਧਾਰਨ ਕਰਦਾ ਤੇ ਆਪਣੀ ਮੱਤ ਸੁਣਾਉਂਦਾ ਜੀ ਦਿਨ ਰਾਤ ਜੀ। ਹਾਂਜੀ, ਗੁਰੂ ਦੀ ਮੱਤ ਵਿੱਚ ਲੜਾਈ ਨਹੀਂ ਹੈਗੀ ਜੀ। ਗੁਰੂ ਜੀ ਦੀ ਮੱਤ ਸੁਣ ਲਓ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਈ, ਹਰ ਨਾਮੇ ਕੇ ਹੋਵਹੁ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਇਹ ਤੇ ਗੁਰੂ ਜੀ ਦੀ ਮੱਤ ਹੈਗੀ ਹੈ ਜੀ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰੀਏ। ਸੱਚੇ ਪਾਤਸ਼ਾਹ ਕਹਿੰਦੇ, ਜਿਹੜਾ ਤੇ ਵਾਦ ਹੈ ਉਹ ਵੀ ਸੁਣਿਆ, ਹੇਤ ਵੀ ਸੁਣਿਆ। ਹੇਤ ਵਿੱਚ ਇੱਕ ਦੀਵੇ ਤੋਂ ਅੱਗੇ ਦੀਵਾ ਜਗਦਾ ਜੀ। ਹੁਣ ਆਪਾਂ ਅੱਗੋਂ ਕਥਾ ਸੁਣੀਏ। ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਫੇਰ ਆਖੋ ਪਿਆਰ ਨਾਲ ਸਾਰੇ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਿਨਾਮ ਵਾਹਿਗੁਰੂ ਸਾਹਿਬ ਜੀ। ਚਰਚਾ ਜਲਪ ਤੀਸਰੀ ਜਾਨ। ਪਹਿਲੀ ਦਾ ਨਾਮ ਬਾਦ, ਦੂਜੀ ਦਾ ਹੇਤ ਤੇ ਤੀਜੀ ਦਾ ਨਾਮ ਹੈ ਜਲਪ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਭਾਈ ਦਰਗਾਹ, ਜਿਹੜੀ ਤੀਜੀ ਚਰਚਾ ਨਾ ਗੱਲਬਾਤ, ਉਹਨੂੰ ਕਹਿੰਦੇ ਜਲਪ। ਹਾਂਜੀ, ਜੋ ਨਿਜ ਮੁਖ ਤੇ ਕੀਨ ਬਖਾਨ। ਉਹਦੇ ਵਿੱਚ ਕੀ ਹੁੰਦਾ ਜੀ, ਜੋ ਕਿਸੇ ਨੇ ਆਪਣੇ ਮੂੰਹ ਤੋਂ ਕਹਿ ਦਿੱਤਾ ਵੀ ਇਸ ਪੰਕਤੀ ਦਾ ਅਰਥ ਇਵੇਂ ਹੀ ਹੈਗਾ। ਹਾਂਜੀ, ਹੋਏ ਅਨਬਨ ਕੈ ਬਨਿਓ ਕਹੰਤ। ਤੇ ਸੰਗਤ ਜੀ ਉਹ ਅਣਬਣ ਹੀ ਹੁੰਦਾ ਜੀ, ਚੰਗੀ ਤਰ੍ਹਾਂ ਅਰਥ ਨਹੀਂ ਹੋ ਰਿਹਾ ਹੁੰਦਾ ਜੀ। ਜਾਂ ਕਿਸੇ ਕੋ ਸੁਣਿਆ ਸੁਣਾਇਆ ਹੁੰਦਾ, ਉਹ ਕਹਿ ਦਿੰਦਾ ਬੰਦਾ ਜੀ। ਹਾਂਜੀ, ਨਹਿ ਦੂਸਰ ਔਰ ਵਿਖੇ ਲਹੰਤ। ਤੇ ਉਹ ਹੈ ਨਾ ਜੀ, ਦੂਸਰੇ ਦੇ ਹਿਰਦੇ ਦੀ ਗੱਲ ਨਹੀਂ ਜਾਣਦਾ ਜੀ, ਵੀ ਦੂਸਰੇ ਨੂੰ ਇਸ ਅਰਥ ਨਾਲ ਸ਼ਾਂਤੀ ਬਣ ਰਹੀ ਜਾਂ ਨਹੀਂ ਬਣ ਰਹੀ ਜੀ। ਹਾਂਜੀ, ਇਸ ਪਰ ਦੋਨੋਂ ਬਾਦ ਉਠਾਏ। ਉਹ ਦੂਸਰਾ ਕਹਿੰਦਾ ਵੀ ਨਹੀਂ, ਇਹਦਾ ਅਰਥ ਇਹ ਨਹੀਂ ਹੈਗਾ। ਪਹਿਲਾ ਕਹਿੰਦਾ ਐਵੇਂ ਇਹ ਨਹੀਂ ਹੈਗਾ, ਇਹਦਾ ਅਰਥ ਇਹੋ ਹੀ ਹੈਗਾ। ਗੱਜ ਕੇ ਆਖੋ। ਤੇ ਉਹ ਕਵੇ ਨਹੀਂ, ਜੋ ਅਰਥ ਮੈਂ ਕਰ ਰਿਹਾ ਇਹ ਠੀਕ ਹੈਗਾ। ਦੂਜਾ ਕਵੇ ਨਹੀਂ, ਜੋ ਅਰਥ ਮੈਂ ਕਰ ਰਿਹਾ ਇਹੋ ਹੀ ਠੀਕ ਹੈਗਾ। ਇਹਦੇ ਤੇ ਲੜਾਈ ਕਰ ਲੈਣੀ ਜੀ। ਇਹਨੂੰ ਕਹਿੰਦੇ ਜਾਲਪ। ਹਾਂਜੀ, ਜਲਪ ਵਾਹਿਗੁਰੂ। ਹਾਂਜੀ, ਨਿਜ ਨਿਜ ਪੱਖ ਪਰ ਜੁਗਤ ਬਣਾਏ। ਫਿਰ ਮਹਾਰਾਜ ਕਹਿੰਦੇ ਆਪਣੀ ਆਪਣੀ ਗੱਲ ਸਿੱਧ ਕਰਨ ਵਾਸਤੇ ਜੁਗਤੀਆਂ ਬਣਾਉਣੀਆਂ ਜੀ।
ਨਹੀਂ ਨਹੀਂ ਨਹੀਂ, ਮੇਰੀ ਗੱਲ ਹੀ ਇੰਝ ਹੈ। ਕਈ ਬੰਦਿਆਂ ਨੂੰ ਆਦਤ ਹੁੰਦੀ ਸੰਗਤ ਜੀ, ਉਹ ਬੜੇ ਢੀਠ ਹੁੰਦੇ ਜੀ, ਉਹ ਨਹੀਂ ਮੰਨਦੇ ਕਿਸੇ ਦੀ ਜੀ। ਉਹਨਾਂ ਆਪਣੀ ਗੱਲ ਗਲਤ ਹੈ ਜੀ, ਧੱਕੇ ਨਾ ਬਣਾਉਣੀ ਜੀ। ਮੇਰੀ ਗੱਲ ਠੀਕ ਹੈਗੀ ਹੈ, ਇਹੋ ਹੀ ਅਰਥ ਮੰਨੋ, ਇਹੋ ਹੀ ਗੱਲ ਠੀਕ ਹੈਗੀ ਹੈ ਜੀ। ਹਾਂਜੀ, ਅਨੇਕ ਪ੍ਰਮਾਣ ਆਨ ਦ੍ਰਿੜ ਕਰੇ। ਦੋਵੇਂ ਫਿਰ ਇੱਕ ਦੂਜੇ ਨੂੰ ਬੜੇ ਤਰੀਕੇ ਦੇ ਪ੍ਰਮਾਣ ਦਿੰਦੇ ਜੀ, ਬੜੇ ਪ੍ਰਮਾਣ ਦਿੰਦੇ ਜੀ। ਹਾਂਜੀ, ਨਹਿ ਦੋ ਮਾਨਹਿ ਨਹਿ ਮਨ ਧਰੈ। ਦੋਵੇਂ ਨਾ ਤੇ ਦੂਜੇ ਦੀ ਗੱਲ ਮੰਨਦੇ ਜੀ, ਨਾ ਆਪਣੀ ਗੱਲ ਹੀ ਮਨ ਚ ਧਰਦੇ ਜੀ। ਹਾਂਜੀ, ਬਸ ਲੜੀ ਜਾਣਾ, ਚਰਚਾ ਕੀ ਕਰਨੀ, ਲੜੀ ਜਾਣਾ ਜੀ, ਲੜੀ ਜਾਣਾ ਜੀ। ਹਾਂਜੀ, ਆਹ 2-4 ਬੰਦੇ ਸਾਡੇ ਪੰਥ 'ਚ ਵੀ ਇਹੋ ਜਿਹੇ ਪੈਦਾ ਹੋਏ ਜੀ ਅੱਜ ਕੱਲ੍ਹ, ਆਖੋ ਵਾਹਿਗੁਰੂ। ਹਾਂਜੀ, ਉਹਨਾਂ ਦਾ ਇਹੋ ਹੀ ਕੰਮ ਹੈਗਾ ਜੀ, ਬਾਣੀ ਦੇ ਅਰਥ ਤੋੜ ਮੜੋੜ ਕੇ ਲੋਕਾਂ ਨੂੰ ਦੱਸਣੇ ਜੀ। ਹੁਣ ਇੱਕ ਪੰਗਤੀ ਸੁਣੋ, ਹਰ ਅਰਾਧ ਨਾ ਜਾਨਾ ਰੇ, ਹਰ ਹਰ ਗੁਰ ਗੁਰ ਕਰਤਾ ਰੇ। ਹਾਂਜੀ, ਤੇ ਹੁਣ ਇਹਦਾ ਅਰਥ ਤੇ ਇਹ ਹੈ ਕਿ ਮਹਾਰਾਜ ਕਹਿੰਦੇ ਵੀ ਮੈਨੂੰ ਰੱਬ ਦਾ ਨਾਮ ਜਪਣਾ ਨਹੀਂ ਆਉਂਦਾ, ਸਾਨੂੰ ਕਹਿੰਦੇ ਵੀ ਕਿਹਾ ਕਰੋ। ਮਹਾਰਾਜ ਤੇ ਆਪ ਹੀ ਪਰਮੇਸ਼ਰ ਨੇ ਜੀ। ਮਹਾਰਾਜ ਕਹਿੰਦੇ ਬੰਦਿਆ, ਆਖੋ ਵਾਹਿਗੁਰੂ ਵਾਹਿਗੁਰੂ। ਇਹ ਆਖਿਆ ਕਰ ਵੀ ਮੈਨੂੰ ਨਾਮ ਜਪਣਾ ਨਹੀਂ ਆਉਂਦਾ, ਮੈਂ ਤੇ ਰੱਬ ਰੱਬ ਹੀ ਕਰਨ ਜੋਗਾ ਹੈਗਾ। ਹਾਂਜੀ, ਤੋ 1 ਕਰੋੜ ਕਰੋੜ ਕੇ ਅਰਥ ਕਰੇ ਜੀ। ਕਹਿੰਦਾ ਜੀ, ਮਹਾਰਾਜ ਕਹਿੰਦੇ ਹਰ ਅਰਾਧ ਨਾ ਜਾਨਾ ਰੇ, ਹਰ ਹਰ ਗੁਰ ਗੁਰ ਕਰਤਾ ਰੇ। ਹਾਂਜੀ, ਵੇਖੋ ਜੀ, ਇਹਨਾਂ ਨੂੰ ਐਵੇਂ ਹੀ ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ, ਰੱਬ ਨੂੰ ਤੇ ਅਰਾਧਨਾ ਆਉਂਦਾ ਹੀ ਨਹੀਂ ਜੀ। ਮਤਲਬ ਨਾਵਾਚਕ ਗੱਲ ਕਰਨੀ ਜੀ, ਤੇ ਲੜਾਈ ਕਰੀ ਜਾਣੀ ਜੀ, ਆਏ ਦਿਨ ਲੜਾਈ ਕਰੀ ਜਾਣੀ ਜੀ। ਹਾਂਜੀ, ਜਯੋ ਕਯੋ ਅਰਥ ਆਪਣੋ ਮੰਡੈ। ਜਿਵੇਂ ਕਿਵੇਂ ਨਹੀਂ ਕਹਿੰਦਾ, ਮੇਰਾ ਹੀ ਅਰਥ ਸਹੀ ਹੈਗਾ ਜੀ, ਮੇਰੇ ਤੋਂ ਉੱਤੇ ਕੋਈ ਅਰਥ ਨਹੀਂ ਕਰ ਸਕਦਾ। ਹਾਂਜੀ, ਹਰਿਸੈ ਪਰਸ ਪਰ ਕੋ ਖੰਡੈ। ਤੇ ਗੁੱਸੇ ਵਿੱਚ ਰਹਿਣਾ ਤੇ ਦੂਜੇ ਦਾ ਖੰਡਨ ਕਰਨਾ, ਨਹੀਂ ਜੀ ਨਹੀਂ, ਉਹ ਇਹ ਗਲਤ ਅਰਥ ਕੀਤੇ ਹੈ। ਸੰਗਤ ਜੀ, ਇਹ ਤੇ ਮਨਮੁਖਾਂ ਦਾ ਹਾਲ ਹੁੰਦਾ ਜੀ। ਗੁਰਮੁਖਾਂ ਦੀ ਗੱਲ ਸੁਣਿਓ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਇੱਕ ਸਮਾਗਮ 'ਚ ਗਏ ਜੀ, ਕੁਝ ਦਿਨ ਰਹਿਣਾ ਸੀਗਾ, ਤੇ ਮੁੱਖ ਵਾਕ ਆਇਆ, ਗੁਰ ਸਾਗਰ ਰਤਨੀ ਭਰ ਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। 21 ਅਰਥ ਇਸ ਪੰਕਤੀ ਦੇ ਇੱਕ ਨਿਰਮਲੇ ਮਹਾਂਪੁਰਖਾਂ ਨੇ ਕੀਤੇ ਜੀ, 21 ਅਰਥ ਜੀ। ਹਾਂਜੀ, ਤੇ ਉਹਨਾਂ ਮਹਾਂਪੁਰਖਾਂ ਨੇ ਪਤਾ ਕੀ ਕਿਹਾ ਜੀ? ਕਹਿੰਦੇ ਜੀ ਬਸ ਇਹਦੇ ਤੋਂ ਅੱਗੇ ਇਸ ਸ਼ਬਦ ਦੇ ਅਰਥ ਨਹੀਂ ਹੋ ਸਕਦੇ। ਇੱਕ ਪੰਕਤੀ ਦੇ 21 ਵਾਰੀ ਅਰਥ ਕਰਨੇ ਬੜੀ ਵੱਡੀ ਗੱਲ ਹੈ ਜੀ। ਕਹਿੰਦੇ ਇਹਦੇ ਤੋਂ ਅੱਗੇ ਅਰਥ ਨਹੀਂ ਹੋ ਸਕਦੇ। ਸਟੇਜ ਸੈਕਟਰੀ ਬਹੁਤ ਸਿਆਣਾ ਸੀ, ਉਹਨੂੰ ਮਹਿਸੂਸ ਹੋਇਆ ਵੀ ਚਲੋ 21 ਅਰਥ ਕੀਤੇ, ਬੜੀ ਵਧੀਆ ਗੱਲ ਹੈ, ਪਰ ਇਹ ਕਹਿਣਾ ਵੀ ਇਹਦੇ ਤੋਂ ਅੱਗੇ ਅਰਥ ਨਹੀਂ ਹੋ ਸਕਦੇ, ਇਹ ਹਉਮੈ ਹੈਗੀ ਹੈ। ਉਹਨੇ ਫਿਰ ਕਿਹਾ ਵੀ ਕੱਲ੍ਹ ਨੂੰ ਇਸੇ ਸ਼ਬਦ ਦੇ ਅਰਥ ਸੰਤ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਕਰਨਗੇ। ਸੰਤ ਕਹਿਣ ਲੱਗੇ ਵੀ ਉਹਨਾਂ ਨੇ ਤੇ ਕਥਾ ਸੋਹਣੀ ਕੀਤੀ ਸੀ। ਕਹਿੰਦਾ ਜੀ ਨਹੀਂ, ਤੁਸੀਂ ਵੀ ਕਰਨੀ ਹੈ। ਅਗਲੇ ਦਿਨ ਮਹਾਂਪੁਰਖਾਂ ਨੇ ਉਸ ਸ਼ਬਦ ਦੀ ਕਥਾ ਕੀਤੀ ਜੀ, ਤੇ ਕਥਾ ਕਰਨ ਤੋਂ ਬਾਅਦ ਆਖਿਆ ਵੀ ਕੱਲ੍ਹ ਜਿਨ੍ਹਾਂ ਨੇ ਕਥਾ ਕੀਤੀ ਸੀ ਨਾ, ਉਹਨਾਂ ਬਹੁਤ ਸੋਹਣੀ ਕਥਾ ਕੀਤੀ ਸੀਗੀ। ਹਾਂਜੀ, ਇਹ ਨਹੀਂ ਵੀ ਉਹਦਾ ਖੰਡਨ ਕਰ ਦਿੱਤਾ ਜੀ, ਉਹਨੂੰ ਗਲਤ ਕਿਹਾ, ਨਹੀਂ। ਕਹਿੰਦੇ ਉਹਨਾਂ ਨੇ ਬਹੁਤ ਸੋਹਣੀ ਅਰਥ ਕਥਾ ਕੀਤੀ ਸੀ, ਤੇ 100 ਅਰਥ ਮਹਾਂਪੁਰਖਾਂ ਨੇ ਉਸ ਸ਼ਬਦ ਦਾ ਕੀਤਾ ਜੀ, 100 ਅਰਥ। ਤੇ ਕਹਿਣ ਲੱਗੇ ਮੈਨੂੰ ਸੰਤ ਸੁੰਦਰ ਸਿੰਘ ਜੀ ਨੇ ਨਾ 250 ਅਰਥ ਇਹਦਾ ਪੜ੍ਹਾਇਆ ਸੀਗਾ, ਹੁਣ ਮੈਨੂੰ ਯਾਦ ਹੀ 100 ਹੈਗਾ। ਕਹਿਣ ਲੱਗੇ, ਕੱਜ ਕੇ ਆਖੋ। ਪਰ ਦੂਜੇ ਨੂੰ ਗਲਤ ਨਹੀਂ ਆਖਿਆ ਜੀ। ਤੇ ਜਿਹੜੇ ਮਨਮੁਖ ਨੇ ਕਰਦੇ ਤੇ ਉਹ ਵੀ ਕਥਾ ਵਾਰਤਾ ਹੀ ਹੈ ਜੀ, ਪਰ ਉਹ ਕਹਿੰਦੇ ਜੀ ਜੋ ਮੈਂ ਕਹਿਤਾ ਇਹੋ ਹੀ ਸੱਚਾ ਹੈਗਾ, ਇਹਦੇ ਤੋਂ ਉੱਤੇ ਕੁਝ ਨਹੀਂ ਹੈਗਾ ਜੀ। ਹਾਂਜੀ, ਲੜੈ ਕ੍ਰੋਧ ਤੇ ਬੰਧੈ ਦਵੈਖ। ਫਿਰ ਅਰਥਾਂ ਕਰਕੇ ਹੀ ਲੜੀ ਜਾਣਾ ਜੀ, ਅਰਥਾਂ ਕਰਕੇ ਜੀ। ਹਾਂਜੀ, ਤੇ ਫਿਰ ਲੜਨਾ
ਤੇ ਵੈਰ ਦੁਐਸ਼ ਵਧਣਾ ਜੀ। ਹਾਂਜੀ। ਜਰੈ ਹਿਰਦੇ ਸੁਣ ਜਸ ਕੋ ਦੇਖ। ਦੂਜੇ ਦਾ ਜਸ ਵੇਖ ਕੇ ਵੀ ਉਹਦਾ ਜਸ ਹੋ ਰਿਹਾ ਤੇ ਮੈਂ ਕਥਾ ਨਹੀਂ ਇੰਨੀ ਵਧੀਆ ਕੀਤੀ, ਇਹ ਵੇਖ ਕੇ ਫਿਰ ਲੜਨਾ ਜੀ ਉਹਦੇ ਨਾਲ ਜੀ। ਇਹਨੂੰ ਕਹਿੰਦੇ ਜਲਪ। ਹੁਣ ਦੱਸੋ ਵੀ ਜਲਪ ਕਰਨੀ ਚਾਹੀਦੀ ਜੀ? ਇਹੋ ਜਿਹੀ ਗੱਲਬਾਤ ਨਹੀਂ ਕਰਨੀ ਚਾਹੀਦੀ ਜੀ। ਉਹ ਇੱਕ ਸਿੱਧੀ ਜੀ ਸਾਡੇ ਨਾ ਪਿੰਡਾਂ ਦੀਆਂ ਕਹਾਵਤਾਂ, ਉਹਨਾਂ ਕਹਾਵਤਾਂ 'ਚ ਬੜਾ ਗਿਆਨ ਹੁੰਦਾ ਹੈਗਾ ਜੀ। ਕਹਿੰਦੇ ਏਕ ਨੇ ਕਹੀ ਦੂਜੇ ਨੇ ਮਾਨੀ, ਦੋਨੋਂ ਬ੍ਰਹਮ ਗਿਆਨੀ। ਆਖੋ ਵਾਹਿਗੁਰੂ। ਹਾਂਜੀ, ਇੱਕ ਨੇ ਕਿਹਾ ਤੇ ਦੂਜੇ ਨੇ ਸਤ ਬਚਨ ਕਰਤਾ, ਦੋਵਾਂ ਦਾ ਹੀ ਭਲਾ ਜੀ। ਤੇ ਦੂਜੀ ਗੱਲ ਤੇ ਤੁਸੀਂ ਸੁਣੀ ਹੈ ਜੀ, ਭੇਡਾਂ ਵਾਲੀ ਜੀ। ਪੁੱਲ ਛੋਟਾ ਸੀਗਾ, ਦੋ ਭੇਡਾਂ ਸੀਗੀਆਂ, ਉਹਨਾਂ ਲੰਘਣਾ ਸੀਗਾ ਜੀ, ਦੋਵੇਂ ਲੜਨ ਲੱਗ ਪਈਆਂ ਤੇ ਦੋਵੇਂ ਡਿੱਗ ਗਈਆਂ ਜੀ। ਇਹ ਵੀ ਭੇਡਾਂ ਹੀ ਹੁੰਦੇ ਜੀ ਗਿਆਨੀ ਇਹੋ ਜਿਹੇ। ਆਖੋ ਵਾਹਿਗੁਰੂ। ਹਾਂਜੀ, ਭੇਡਾਂ ਹੀ ਹੁੰਦੇ ਆ ਜੀ। ਤੇ ਦੋ ਕਿਤੇ ਇਹੋ ਜਿਹੇ ਗਿਆਨੀ ਚਲੇ ਗਏ ਸੰਗਤ ਜੀ ਕਿਸੇ ਦੇ ਘਰ। ਉਹ ਮਾਈ ਬੜੀ ਸ਼ਰਧਾ ਵਾਲੀ ਸੀਗੀ ਜੀ। ਪਹਿਲਾਂ ਇੱਕ ਜਣਾ ਨਹਾਉਣ ਧੋਣ ਗਿਆ ਜੀ, ਉਹਨੇ ਪ੍ਰਸ਼ਾਦਾ ਤਿਆਰ ਕਰਨਾ ਸੀ। ਮਾਈ ਕਹਿੰਦੀ ਚੈੱਕ ਕਰੀਏ। ਕਹਿੰਦੇ ਜੀ ਉਹ ਜਿਹੜੇ ਇਸ਼ਨਾਨ ਕਰਨ ਗਏ ਉਹ ਤੇ ਬੜੇ ਵੱਡੇ ਗਿਆਨੀ ਨੇ। ਕਹਿੰਦਾ ਕਾਹਦਾ ਗਿਆਨੀ ਹੈਗਾ, ਖੋਤਾ ਹੈਗਾ ਖੋਤਾ, ਉਹਨੂੰ ਤੇ ਯਾਦ ਹੀ ਕੁਝ ਨਹੀਂ ਹੁੰਦਾ, ਗਿਆਨੀ ਤੇ ਮੈਂ ਹੈਗਾ। ਕਹਿੰਦੀ ਠੀਕ ਹੈ ਜੀ। ਹਾਂਜੀ, ਉਹ ਫਿਰ ਦੂਜੇ ਦੀ ਵਾਰੀ ਆਈ, ਦੂਜਾ ਇਸ਼ਨਾਨ ਕਰਨ ਗਿਆ ਤੇ ਮਾਈ ਨੇ ਚੈੱਕ ਕਰਨਾ ਸੀ। ਆਖੋ ਵਾਹਿਗੁਰੂ ਵਾਹਿਗੁਰੂ। ਕਹਿੰਦੇ ਜੀ ਉਹ ਗਿਆਨੀ ਜੀ ਜਿਹੜੇ ਇਸ਼ਨਾਨ ਕਰਨ ਗਏ ਬੜੇ ਵਧੀਆ ਬੰਦੇ ਹੈਗੇ। ਕਹਿੰਦਾ ਕਾਹਦਾ ਵਧੀਆ ਹੈਗਾ, ਗਧਾ ਹੈਗਾ ਗਧਾ। ਕਹਿੰਦਾ ਹੈਂ, ਇਹ ਗਿਆਨੀ ਤੇ ਮੈਂ ਹੈਗਾ। ਕਹਿੰਦਾ ਆਖੋ ਵਾਹਿਗੁਰੂ। ਉਹਨੂੰ ਤੇ ਅਰਥ ਕਰਨੇ ਨਹੀਂ ਹੁੰਦੇ। ਤੇ ਚਲੋ ਇਸ਼ਨਾਨ ਪਾਨ ਕੀਤਾ ਤੇ ਪ੍ਰਸ਼ਾਦਾ ਛਕਣ ਲੱਗੇ ਜੀ। ਤੇ ਖੋਤੇ ਕੀ ਖਾਂਦੇ ਭਲਾ ਜੀ? ਤੂੜੀ ਤਾੜੀ, ਇਹੋ ਜਿਹੀਆਂ ਚੀਜ਼ਾਂ, ਫੱਕ ਤੂੜੀ, ਇਹੋ ਜਿਹੀਆਂ ਚੀਜ਼ਾਂ। ਉਹਨੇ ਨਾ ਜੀ ਪਲੇਟਾਂ 'ਚ ਪਾ ਕੇ ਉਹ ਅੱਗੇ ਰੱਖ ਦਿੱਤੀ ਜੀ। ਆਖੋ ਵਾਹਿਗੁਰੂ। ਉਹ ਕਹਿੰਦੇ ਇਹ ਕੀ? ਕਹਿੰਦੇ ਜੀ ਇਹਨੇ ਤੁਹਾਡੇ ਬਾਰੇ ਕਿਹਾ ਤੁਸੀਂ ਖੋਤੇ ਹੋ। ਕਹਿੰਦਾ ਅੱਛਾ। ਕਹਿੰਦੇ ਜੀ ਇਹਨੇ ਤੁਹਾਡੇ ਬਾਰੇ ਗਧਾ ਆਖਿਆ ਸੀ, ਤੇ ਖੋਤੇ ਗਧੇ ਤੇ ਇਹੋ ਕੁਝ ਹੀ ਖਾਂਦੇ ਆ, ਤੇ ਛਕੋ ਹੁਣ। ਹਾਂਜੀ, ਇਹੋ ਜਿਹਾ ਨਾ ਇਸ ਤਰ੍ਹਾਂ ਹੀ ਹੁੰਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਲੜਦੇ ਰਹਿਣਾ, ਦਵੈਸ਼ ਕਰਦੇ ਰਹਿਣਾ। ਹਾਂਜੀ। ਸੋ ਗੁਰ ਸਿੱਖ ਨਾ ਅੰਗੀਕਾਰ ਹੈ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਭਾਈ ਦਰਗਾਹਾ, ਜਲਪ ਜਿਹੜੀ ਹੈ ਨਾ ਇਹ ਗੁਰੂ ਕੇ ਸਿੱਖ ਨਹੀਂ, ਇਹ ਚਰਚਾ ਨਹੀਂ ਕਰਦੇ, ਲੜਾਈ ਝਗੜੇ ਵਾਲੀ ਚਰਚਾ ਨਹੀਂ ਕਰਦੇ। ਹਾਂਜੀ। ਨਿਮਰ ਨਾ ਮਨ ਹੋਏ ਬੈਰ ਬੇਕਾਰ ਹੈ। ਹਾਂਜੀ। ਚੌਥੀ ਚਰਚਾ ਹੋਏ ਵੇ ਤੰਡਾ। ਕਿਉਂ ਜਲਪ ਕਰਨ ਲੱਗਿਆ ਮਨ ਨੀਵਾ ਨਹੀਂ ਹੁੰਦਾ, ਉਲਟਾ ਵੈਰ ਵੱਧਦਾ ਤੇ ਹਉਮੈ ਵੱਧਦੀ ਹੈ ਜੀ। ਕਥਾ ਸੁਣ ਕੇ ਕਰਕੇ ਨਿਮਰਤਾ ਵਧੇ ਜੀ, ਹਉਮੈ ਨਾ ਵਧੇ ਜੀ। ਚੌਥੀ ਚਰਚਾ ਹੋਤ ਵਿਤੰਡਾ। ਮਹਾਰਾਜ ਕਹਿੰਦੇ ਚੌਥੀ ਚਰਚਾ, ਉਹਦਾ ਨਾਮ ਹੈ ਵਿਤੰਡਾ। ਹਾਂਜੀ। ਖੰਡਨ ਮਹਿ ਨਿਤ ਹੋਏ ਪ੍ਰਚੰਡਾ। ਆਖੋ ਵਾਹਿਗੁਰੂ। ਖੰਡਨ ਮਹਿ ਨਿਤ ਹੋਏ ਪ੍ਰਚੰਡਾ। ਮਹਾਰਾਜ ਕਹਿੰਦੇ ਵਿਤੰਡਾ ਬਿਰਤੀ ਹੈ ਨਾ ਜਿਹੜੀ, ਉਹਦੇ ਵਿੱਚ ਤੇ ਹੁੰਦਾ ਵੀ ਇਹ ਗੱਲ ਕਰੇ ਤੇ ਮੈਂ ਇਹਦਾ ਖੰਡਨ ਕਰਾਂ। ਮੈਂ ਆਖਾਂ ਇਹਨੇ ਆਹ ਗੱਲ ਗਲਤ ਆਖੀ, ਇਹ ਗੱਲ ਕਰੇ ਤੇ ਮੈਂ ਗਲਤ ਆਖਾਂ ਜੀ। ਹਾਂਜੀ। ਉਹ ਦੋ ਗਿਆਨੀ ਬਾਹਰ ਤੁਰੇ ਫਿਰਨ ਦੇ ਸੀ ਤੇ ਇੱਕ ਗਿਆਨੀ ਅੰਦਰ ਕਥਾ ਕਰਨ ਦਿਆ ਸੀ। ਤੇ ਇੱਕ ਗਿਆਨੀ ਦੂਜੇ ਗਿਆਨੀ ਨੂੰ ਕਹਿਣ ਲੱਗਾ ਵੀ ਅੰਦਰ ਗਿਆਨੀ ਦੀ ਕਥਾ ਕਰਨ ਦੇ ਆ ਤੇ ਚੱਲੀਏ ਕਥਾ ਸੁਣੀਏ ਜਾ ਕੇ। ਉਹ ਕਹਿੰਦਾ ਛੱਡ ਪਰਾਂ, ਅਸੀਂ ਗਲਤੀਆਂ ਹੀ ਲੱਭਣੀਆਂ। ਆਖੋ ਵਾਹਿਗੁਰੂ। ਵਾਹਿਗੁਰੂ। ਕਹਿੰਦਾ ਅਸੀਂ ਵਿਤੰਡਾ ਵਾਲੇ, ਅਸੀਂ ਗਲਤੀਆਂ ਹੀ ਲੱਭਣੀਆਂ। ਹੁੰਦੇ ਬੰਦੇ ਇਹੋ ਜਿਹੇ ਜੀ। ਹਾਂਜੀ। ਆਪਣੀ ਮਤ ਵਿਸ਼ੇਸ਼ ਨਾ ਹੈ। ਮਹਾਰਾਜ ਮਹਾਰਾਜ ਕਹਿੰਦੇ ਉਹਨਾਂ ਦੀ ਆਪਣੀ ਬੁੱਧੀ ਤਾਂ ਇੰਨੀ ਸਿਆਣੀ ਨਹੀਂ ਹੁੰਦੀ ਜੀ, ਆਪ ਤੇ ਇੰਨੇ ਸਿਆਣੇ ਨਹੀਂ ਹੁੰਦੇ ਜੀ ਉਹ। ਹਾਂਜੀ। ਨਹਿ ਮਨ ਹੈ ਜੇ ਦੂਸਰ ਕਹੈ। ਤੇ ਜੇ ਕੋਈ ਦੂਜਾ ਕਵੇ ਤੇ ਉਹਦੀ ਗੱਲ ਨਹੀਂ ਮੰਨਣੀ ਜੀ, ਉਹਦੀ ਗੱਲ ਨਹੀਂ ਮੰਨਣੀ, ਉਲਟ ਚੱਲਣਾ, ਖੰਡਨ ਕਰਨਾ ਜੀ। ਹਾਂਜੀ।
ਪਠਨ ਹਾਰ ਜੇ ਸਗਰੇ ਲੋਕ ਹਾਂਜੀ ਦੁਖੈ ਅਧਿਕ ਤਿਨ ਜਬੈ ਬਿਲੋਕ। ਮਹਾਰਾਜ ਕਹਿਣ ਲੱਗੇ ਇਹੋ ਜਿਹੇ ਲੋਕਾਂ ਕੋਲੋਂ ਪੜ੍ਹਨ ਵਾਲੇ ਤੇ ਇਹੋ ਜਿਹੇ ਲੋਕਾਂ ਕੋਲੋਂ ਸੁਣਨ ਵਾਲੇ ਉਹ ਵੀ ਦੁਖੀ ਰਹਿੰਦੇ ਨੇ ਜੀ। ਖੰਡਨ ਹੀ ਕਰਨਾ ਜੀ ਹਰ ਗੱਲ ਦਾ, ਨਹੀਂ ਜੀ ਨਹੀਂ ਆਹ ਵੀ ਨਹੀਂ ਹੈਗਾ ਜੀ, ਨਹੀਂ ਜੀ ਨਹੀਂ ਆਹ ਵੀ ਨਹੀਂ ਹੈਗਾ ਜੀ, ਖੰਡਨ ਕਰਦੇ ਰਹਿਣਾ ਜੀ। ਉਹ ਫਿਰ ਲੋਕਾਂ ਨੂੰ ਵੀ ਪ੍ਰਾਪਤੀ ਨਹੀਂ ਹੁੰਦੀ ਜੀ। ਹਾਂਜੀ ਇਹ ਵੀ ਸਤਿਗੁਰ ਕੇ ਸਿੱਖ ਤਿਆਗੈ ਹੈ। ਇਹ ਗੱਲ ਵੀ ਸਿੱਖ ਨੇ ਨਹੀਂ ਕਰਨੀ, ਖੰਡਨ ਬਿਰਤੀ। ਚੇਤਾ ਰੱਖਿਓ ਇੱਕ ਗੱਲ ਦਾ, ਇੱਕ ਵਾਰੀ ਗੱਜ ਕੇ ਸਾਰੇ ਕਹੋ ਸ੍ਰੀ ਵਾਹਿਗੁਰੂ, ਫਿਰ ਕਹੋ ਜੀ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਸੰਗਤ ਜੀ ਸਿੱਖ ਨਿੰਦਕ ਨਹੀਂ ਹੁੰਦਾ, ਨੁਕਤਾਚੀਨ ਹੋ ਸਕਦਾ ਹੈ ਜੀ, ਨੁਕਤਾਚੀਨ ਹੋ ਸਕਦਾ, ਪਰ ਉਹ ਵੀ ਸੀਮਾ ਵਿੱਚ ਜੀ। ਨਿੰਦਕ ਕੀ ਹੁੰਦਾ ਤੇ ਨੁਕਤਾਚੀਨ ਕੀ ਹੁੰਦਾ, ਧਿਆਨ ਨਾਲ ਸਮਝਿਓ। ਆਹ ਕੰਧ ਹੈ, ਕੰਧ ਤੇ ਕੋਈ ਮਾੜਾ ਜਿਹਾ ਰੰਗ ਨਹੀਂ ਸਹੀ ਹੋਇਆ ਜਾਂ ਮਾੜਾ ਜਿਹਾ ਪਲਸਤਰ ਨਹੀਂ ਸਹੀ ਹੋਇਆ ਤੇ ਸਿੱਖ ਸਿੱਖ ਹੈ ਉਹ ਕਹਿੰਦਾ ਜੀ ਇੱਥੋਂ ਆ ਥੋੜਾ ਜਿਹਾ ਸਹੀ ਨਹੀਂ ਹੋਇਆ, ਦੁਬਾਰਾ ਕਰ ਦਿਓ। ਇਹ ਹੋ ਗਿਆ ਵੀ ਨੁਕਤਾ ਲਿਆ, ਉਹਨੂੰ ਚੀਨਿਆ ਤੇ ਦੱਸ ਦਿੱਤਾ ਜੀ। ਇਹ ਹੈ ਨੁਕਤਾ ਚੀਨੀ। ਹਾਂਜੀ ਨੁਕਤਾ ਲੈਣਾ ਇੱਕ ਜੀ। ਤੇ ਨਿੰਦਾ ਕੀ ਹੈ ਵੀ ਹੈ ਤੇ ਗਲਤੀ ਇੰਨੀ ਕੁ ਕੰਧ 'ਚ, ਕਹਿਣਾ ਸਾਰੀ ਕੰਧ ਹੀ ਖਰਾਬ ਬਣਾਈ, ਚੰਗੀ ਨਹੀਂ ਬਣਾਈ। ਆਖੋ ਵਾਹਿਗੁਰੂ। ਵਾਹਿਗੁਰੂ। ਇਹ ਨਿੰਦਿਆ ਹੋ ਗਈ ਜੀ, ਇਹ ਨਿੰਦਿਆ ਜੀ। ਇਹ ਤੇ ਕੰਧ ਹੀ ਨਹੀਂ ਚੰਗੀ ਬਣਾਈ, ਕੰਧ ਹੀ ਖਰਾਬ ਕਰਤੀ ਸਾਰੀ, ਇਹ ਨਿੰਦਿਆ ਜੀ। ਸਿੱਖ ਨਿੰਦਕ ਨਹੀਂ, ਜਿਹੜਾ ਖੰਡਨ ਬਿਰਤੀ ਹੈ ਨਾ ਇਹ ਨਿੰਦਿਆ, ਹੰਕਾਰ ਹੈ। ਐਵੇਂ ਹੀ ਖੰਡਨ ਕਰੀ ਜਾਣਾ, ਖੰਡਨ ਹੀ ਕਰੀ ਜਾਣਾ। ਕਦੀ ਕਿਸੇ ਗ੍ਰੰਥ ਦਾ ਖੰਡਨ ਕਰ ਦੇਣਾ ਜੀ, ਗੁਰਪ੍ਰਤਾਪ ਸੂਰਜ ਗ੍ਰੰਥ 'ਚ ਇੰਝ ਲਿਖਿਆ, ਕਦੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਖੰਡਨ ਕਰ ਦੇਣਾ, ਕਦੀ ਦਸਮ ਗ੍ਰੰਥ ਦਾ ਖੰਡਨ ਕਰ ਦੇਣਾ, ਖੰਡਨ ਹੀ ਕਰੀ ਜਾਣਾ। ਹਾਂਜੀ ਤੇ ਚੇਤਾ ਰੱਖੋ ਖੰਡਨ ਤੇ ਕਰਨਾ ਹੀ ਆਪਣੇ ਅੰਦਰੋਂ ਹੰਕਾਰ ਨੂੰ। ਹਾਂਜੀ ਮਹਾਰਾਜ ਕਹਿੰਦੇ ਆ ਸੱਚੇ ਪਾਤਸ਼ਾਹ, ਨਾਵਾਂ ਖੰਡ ਸਰੀਰ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ ਖੰਡਨ ਕਰਨਾ, ਅੱਠੀਂ ਪੈਰੀ 8 ਖੰਡ, ਨਾਵਾਂ ਖੰਡ ਸਰੀਰ। ਮਹਾਰਾਜ ਕਹਿੰਦੇ 8 ਪੈਰ ਨੇ ਦਿਨ ਦੇ ਤੇ 8 ਚੀਜ਼ਾਂ ਦਾ ਖੰਡਨ ਕਰ ਆਪਣੇ ਅੰਦਰੋਂ ਦੀ। ਕ੍ਰੋਧ ਦਾ ਖੰਡਨ ਕਰ, ਲੋਭ ਦਾ ਖੰਡਨ ਕਰ, ਮੋਹ ਦਾ ਖੰਡਨ ਕਰ, ਰਾਗ ਦਾ ਖੰਡਨ ਕਰ, ਦਵੈਸ਼ ਦਾ ਖੰਡਨ ਕਰ, ਔਗੁਣਾਂ ਦਾ ਖੰਡਨ ਕਰ ਤੇ ਨਾਵਾਂ ਖੰਡ ਸਰੀਰ। ਹੌਲੀ ਹੌਲੀ ਸਰੀਰ ਦਾ ਵੀ ਖੰਡਨ ਕਰ। ਇਹ ਸਰੀਰ ਵੀ ਸਦਾ ਨਹੀਂ ਰਹਿਣਾ ਜੀ, ਪਰ ਵੱਡਿਆਂ ਦੇ ਗ੍ਰੰਥਾਂ ਨੂੰ ਹੀ ਖੰਡਨ ਕਰੀ ਜਾਣਾ ਜੀ। ਆਖਣਾ ਆ ਵੀ ਨਹੀਂ ਸਹੀ, ਆ ਵੀ ਨਹੀਂ ਸਹੀ, ਗੱਜ ਕੇ ਆਖੋ ਵਾਹਿਗੁਰੂ। ਹੁਣ ਕੋਈ ਸਮਾਗਮ ਹੋਇਆ, ਉਹਦੇ 'ਚ ਇੱਕ ਅੱਧਾ ਕੰਮ ਨਹੀਂ ਸਹੀ ਹੋਇਆ, ਕਹਿਣਾ ਜੀ ਸਾਰਾ ਗੁਰਪੁਰਬ ਹੀ ਨਹੀਂ ਸਹੀ ਮਨਾਇਆ ਜੀ। ਹਾਂਜੀ ਉਹ ਫਿਰ ਨਿੰਦਿਆ ਹੋ ਜਾਂਦੀ ਹੈ ਜੀ। ਚਲੋ ਇੱਕ ਅੱਧੀ ਗੱਲ ਹੋਰ ਹੈ, ਨਿੰਦਿਆ ਨਹੀਂ ਕਰਨੀ, ਨੁਕਤਾਚੀਨ ਬਣ ਸਕਦੇ ਆ। ਇਸੇ ਤਰ੍ਹਾਂ ਨਿੱਕੀ ਨਿੱਕੀ ਗੱਲ ਤੋਂ, ਇਹ ਜ਼ਰੂਰੀ ਨਹੀਂ ਵੀ ਗਿਆਨੀਆਂ ਦੀ ਗੱਲ ਹੀ ਗੁਰੂ ਹਰਗੋਬਿੰਦ ਸਾਹਿਬ ਦੱਸ ਰਹੇ ਆ, ਨਿੱਕੀ ਨਿੱਕੀ ਗੱਲ ਤੋਂ ਘਰ 'ਚ ਕਲੇਸ਼ ਪੈ ਜਾਂਦੇ ਜੀ, ਨਿੱਕੀ ਨਿੱਕੀ ਗੱਲ ਤੋਂ। ਹੁਣ ਜਿਹਨੇ ਕਥਾ ਸੁਣੀ ਉਹ ਤੇ ਘਰ 'ਚ ਕਲੇਸ਼ ਨਹੀਂ ਪਾਏਗਾ ਜੀ। ਹਾਂਜੀ ਮਹਾਰਾਜ ਕਹਿੰਦੇ ਇਹ ਵਤੰਡਾ ਵਾਲਾ ਕੰਮ ਹੈ ਨਾ, ਖੰਡਨ ਕਰਨਾ। ਘਰ ਵਾਲੀ ਨੂੰ ਕਹਿਣਾ ਤੂੰ ਕੰਮ ਸਹੀ ਨਹੀਂ ਕੀਤਾ ਕਦੀ, ਘਰ ਵਾਲਾ ਘਰ ਵਾਲੀ ਨੂੰ ਕਹੇ ਤੂੰ ਨਹੀਂ ਸਹੀ ਕੀਤਾ, ਘਰ ਵਾਲੀ ਕਹੇ ਤੂੰ ਨਹੀਂ ਸਹੀ ਕੀਤਾ, ਗੁਣ ਵੇਖੀ ਚੱਲੋ, ਗੁਜ਼ਾਰਾ ਕਰੀ ਚੱਲੋ। ਆਖੋ ਵਾਹਿਗੁਰੂ। ਵਾਹਿਗੁਰੂ। ਹਾਂਜੀ ਗੁਣ ਵੇਖੀ ਚੱਲੋ, ਗੁਜ਼ਾਰਾ ਕਰੀ ਚੱਲੋ ਜੀ। ਹਾਂਜੀ ਸਾਰ ਗਹਿ ਸੁਭ ਕੋ ਅਨੁਰਾਗ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਗੁਰਸਿੱਖ ਕੀ ਕਰਦੇ ਆ, ਗੁਰਸਿੱਖ ਤਤ ਗੱਲ ਵਹਿੰਦੇ, ਵਿਚਲੀ ਗੱਲ ਵੇਖਦੇ ਆ। ਹਾਂਜੀ ਉਹ ਸਾਰ ਵੇਖ ਕੇ, ਚੰਗੀ ਗੱਲ ਵੇਖ ਕੇ ਉਹਦੇ ਨਾਲ ਪਿਆਰ ਕਰ ਲੈਂਦੇ, ਮਾੜੀ ਨੂੰ ਛੱਡ ਦਿੰਦੇ ਜੀ। ਉਹ ਮੈਨੂੰ ਨਾ ਜੀ ਇੱਕ ਭਾਈ ਕਹਿਣ ਲੱਗਾ, ਕਹਿੰਦਾ ਮੇਰੀ ਘਰ ਵਾਲੀ ਮੇਰੇ ਨਾਲ ਬੜੀ ਲੜਦੀ। ਤੇ ਮੈਂ ਕਿਹਾ ਜੀ ਕੀ? ਕਹਿੰਦੇ ਗੁਜ਼ਾਰਾ ਕਰਦੇ। ਮੈਂ ਕਿੰਨਾ ਕੁ ਲੜਦੀ? ਕਹਿੰਦਾ ਸੁਣ ਲਓ, ਇੱਕੋ ਹੀ ਟਾਈਮ 12 ਤੋਂ 1 ਦਾ, ਉਹਦੇ 'ਚ ਹੀ ਇੱਕ ਦਾ ਭੋਗ ਸੀ ਤੇ ਇੱਕ ਦਾ ਵਿਆਹ ਸੀਗਾ।
ਤੇ ਮੈਂ ਆਪਣੀ ਘਰ ਵਾਲੀ ਨੂੰ ਆਖਿਆ ਵੀ ਜਾਂ ਭੋਗ ਤੇ ਜਾਣਾ ਜਾਂ ਵਿਆਹ ਤੇ ਜਾਣਾ। ਹਾਂਜੀ, ਤੇ ਉਹ ਕਹਿੰਦੀ ਦੋਵਾਂ ਥਾਵਾਂ ਤੇ ਜਾਣਾ। ਕਹਿੰਦਾ ਮੈਂ ਗੱਡੀ 'ਚ ਬੈਠਾ ਤੇ ਮੈਂ ਪਹਿਲਾਂ ਵਿਆਹ ਵਾਲੇ ਪਾਸੇ ਪਾਇਆ ਤਾਂ ਕਹਿੰਦੀ ਭੋਗ ਵਾਲੇ ਪਾਸੇ ਜਾ। ਕਹਿੰਦਾ ਮੈਂ ਆਖਿਆ ਵਿਆਹ ਵਾਲੀ ਥਾਂ ਪਹਿਲਾਂ ਆ ਜਾਣੀ ਹੈ ਹੈਂ। ਤੇ ਉਹ ਕਹਿਣ ਲੱਗੀ ਵੀ ਜੇ ਤੂੰ ਮੇਰੀ ਗੱਲ ਨਾ ਮੰਨੀ ਤੇ ਮੈਂ ਬਾਰੀ ਖੋਲ ਕੇ ਛਾਲ ਮਾਰਨ ਲੱਗੀ ਗੱਡੀ 'ਚੋਂ। ਕਹਿੰਦੀ ਚਲਦੀ ਗੱਡੀ 'ਚੋਂ ਹੀ। ਕਹਿੰਦਾ ਹੁਣ ਦੱਸੋ ਮੈਂ ਕੀ ਕਰਦਾ। ਹਾਂਜੀ, ਨਿੱਕੀ ਨਿੱਕੀ ਗੱਲ ਚਾਹੁੰਦਾ ਤਾਂ ਕਲੇਸ਼ ਵੀ ਕਰ ਸਕਦਾ ਸੀ, ਪਰ ਗੁਣ ਵੇਖ ਕੇ ਸਾਧ ਸੰਗਤ ਜੀ ਸ਼ਾਂਤ ਰਹਿਣਾ ਜੀ। ਮਹਾਰਾਜ ਕਹਿੰਦੇ ਗੁਰਸਿੱਖ ਸਾਰ ਕਹੈ ਸ਼ੁਭ ਕੋ ਅਨੁਰਾਗ ਹੈ। ਚੰਗੀ ਗੱਲ ਨੂੰ ਪਿਆਰ ਕਰ ਲੈਂਦੇ ਹੈ, ਤੱਤ ਗੱਲ ਲੈਂਦੇ ਹੈ। ਹਾਂਜੀ, ਕਿਸ ਕੋ ਮਨ ਕਬ ਨਹੀਂ ਦੁਖਾਵਹਿ। ਕੋਸ਼ਿਸ਼ ਕਰਦੇ ਆ ਵੀ ਕਿਸੇ ਦਾ ਮਨ ਨਾ ਹੀ ਦੁਖੇ ਜੀ, ਨਾ ਹੀ ਦੁਖੇ। ਖਾਸ ਕਰਕੇ ਗੁਰਬਾਣੀ ਦੇ ਅਰਥ ਕਰਦੇ ਆ ਜੀ। ਹਾਂਜੀ, ਔਰ ਪ੍ਰਸੰਤਾ ਸਭਨ ਉਪਾਵਹਿ। ਤੇ ਕੋਸ਼ਿਸ਼ ਕਰਨੀ ਵੀ ਸਾਰੇ ਹੀ ਖੁਸ਼ ਹੋ ਜਾਣ। ਗੱਜ ਕੇ ਆਖੋ ਵਾਹਿਗੁਰੂ। ਸਾਰੇ ਖੁਸ਼ ਹੋ ਜਾਣ। ਹਾਂਜੀ, ਸ਼੍ਰੀ ਮੁਖ ਤੇ ਸੁਣ ਕੇ ਸ਼ੁਭ ਬਾਣੀ। ਹਾਂਜੀ, ਸਿੱਖਨ ਧਰ ਸਰਦਾ ਔਰ ਆਨੀ। ਤੇ ਗੁਰਸਿੱਖਾਂ ਨੇ ਜਦੋਂ ਇਹ ਗੱਲ ਸੁਣੀ ਉਹਨਾਂ ਦੇ ਮਨ 'ਚ ਸ਼ਰਧਾ ਆਈ। ਹੁਣ ਤੁਸੀਂ ਦੱਸੋ ਵਾਦ ਹੇਤ ਕਰਨੀ ਹੈ ਜਾਂ ਜਲਪ ਤੇ ਵਤੰਡਾ ਕਰਨੀ ਹੈ ਜੀ? ਕਿਹੜੀ ਵਿਚਾਰ ਕਰਨੀ ਹੈ? ਵਾਦ ਤੇ ਹੇਤ। ਘਰਾਂ 'ਚ ਵੀ ਵਾਦ ਤੇ ਹੇਤ ਹੀ ਕਰਨਾ ਜੀ। ਜਲਪ ਵਤੰਡਾ ਵਿੱਚ ਤਾਂ ਪਵਾੜੇ ਹੀ ਹੈਗੇ ਆ ਜੀ, ਪਵਾੜੇ ਹੀ ਹੈਗੇ ਜੀ। ਐਵੇਂ ਖੰਡਨ ਕਰੀ ਜਾਣਾ, ਖੰਡਨ ਕਰੀ ਜਾਣਾ। ਹੁਣ ਜਲਪ ਵਤੰਡਾ ਤੇ ਵੀ ਬੜੀਆਂ ਖੇਡਾਂ ਹੈਗੀਆਂ ਜੀ। ਹਾਂਜੀ, ਸੰਤ ਗੁਰਬਚਨ ਸਿੰਘ ਜੀ ਸਾਖੀ ਸੁਣਾਉਂਦੇ ਸੀਗੇ ਇੱਕ ਮਾਈ ਦੀ। ਕਹਿੰਦੇ ਉਹਨੇ ਹਰ ਕੰਮ ਆਪਣੇ ਪਤੀ ਦੀ ਗੱਲ ਦਾ ਖੰਡਨ ਕਰ ਦੇਣਾ ਜੀ, ਹਰ ਗੱਲ 'ਚ ਉਹਨੂੰ ਟੋਕ ਦੇਣਾ, ਖੰਡਨ ਕਰ ਦੇਣਾ ਜੀ। ਉਹ ਬੜੀ ਲੰਮੀ ਕਥਾ ਜੀ, ਤੇ ਮੈਂ ਸੁਣਾਇਆ ਤੇ ਸਮਾਂ ਉੱਧਰ ਲੱਗ ਜਾਣਾ ਸਾਰਾ। ਹਾਂਜੀ, ਇੱਕ ਜਮਾਲ ਜਹ ਨਾਮ ਨ ਸੋ ਆਇਓ। ਇੱਕ ਸਿੱਖ ਮਹਾਰਾਜ ਜੀ ਦੇ ਕੋਲ ਆਇਆ, ਉਹਦਾ ਨਾਮ ਸੀ ਭਾਈ ਜਮਾਲ। ਕੀ ਨਾਮ ਹੈ? ਹਾਂਜੀ, ਸ਼੍ਰੀ ਸਤਿਗੁਰ ਕੋ ਸੀਸ ਨਿਵਾਇਓ। ਸ਼੍ਰੀ ਸ਼੍ਰੋਮਣੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੱਥਾ ਟੇਕਿਆ। ਬੈਠ ਸਮੀਪ ਭਾਉ ਕੋ ਧਾਰਾ। ਤੇ ਸੱਚੇ ਪਾਤਸ਼ਾਹ ਜੀ ਦੇ ਨੇੜੇ ਬੈਠ ਕੇ ਬੜੇ ਹੀ ਪਿਆਰ ਨਾਲ ਉਹ ਬੈਠ ਗਿਆ ਜੀ। ਹਾਂਜੀ, ਲੈ ਤੋ ਭਇਓ ਪ੍ਰਸਾਦ ਵਰਤਾਰਾ। ਕੜਾਹ ਪ੍ਰਸ਼ਾਦ ਵਰਤਾਇਆ ਜਾ ਰਿਹਾ ਸੀ, ਉਹਨੂੰ ਵੀ ਕੜਾਹ ਪ੍ਰਸ਼ਾਦ ਮਿਲਿਆ ਜੀ। ਹਾਂਜੀ, ਦੇਖ ਪ੍ਰਭਾ ਸਤਿਗੁਰ ਕੀ ਮੋਹਾ। ਜਦੋਂ ਭਾਈ ਜਮਾਲ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੋਭਾ ਵੇਖੀ, ਪ੍ਰਤਾਪ ਵੇਖਿਆ, ਉਹ ਮੋਹਿਆ ਗਿਆ ਜੀ। ਹਾਂਜੀ, ਸੁੰਦਰ ਸੀਤਲ ਸਸ ਸਮ ਸੋਹਾ। ਐਡਾ ਸੋਹਣਾ ਸਰੂਪ ਮਹਾਰਾਜ ਜੀ ਦੇ ਦਰਸ਼ਨ ਕਰਕੇ ਐ ਚੰਦਰਮਾ ਵਾਂਗੂ ਠੰਡਾ ਹੋ ਗਿਆ ਜੀ ਉਹ। ਹਾਂਜੀ, ਹਾਥ ਜੋਰ ਅਰਦਾਸ ਉਚਾਰੀ। ਭਾਈ ਜਮਾਲ ਜੀ ਹੱਥ ਜੋੜ ਕੇ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਨ ਲੱਗੇ। ਆਪਾਂ ਵੀ ਹੱਥ ਜੋੜੀਏ, ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਹਾਂਜੀ, ਮੈਂ ਅਬ ਆਇਓ ਸ਼ਰਨ ਤੁਮਾਰੀ। ਇਹ ਸੱਚੇ ਪਾਤਸ਼ਾਹ ਮਹਾਰਾਜ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ। ਹਾਂਜੀ, ਸਿੱਖ ਆਪਣਾ ਮੋਹਿ ਬਣਾਵੋ। ਤੇ ਮਹਾਰਾਜ ਮੇਰੇ ਤੇ ਮਿਹਰ ਕਰੋ ਤੇ ਮੈਨੂੰ ਆਪਣਾ ਸਿੱਖ ਬਣਾਵੋ। ਸੰਗਤ ਜੀ, ਸਿੱਖ ਬਣਨਾ ਬੜਾ ਔਖਾ ਤੇ ਕਹਿਣਾ ਸੌਖਾ ਤੇ ਬਣਨਾ ਬੜਾ ਹੀ ਔਖਾ ਹੈ। ਹਾਂਜੀ, ਸੁਖ ਦਾਨੀ ਉਪਦੇਸ਼ ਬਤਾਵੋ। ਮਹਾਰਾਜ ਮੈਨੂੰ ਦੱਸੋ ਮੈਂ ਸਿੱਖ ਕਿਵੇਂ ਬਣਾ? ਉਪਦੇਸ਼ ਦਿਓ ਸੱਚੇ ਪਾਤਸ਼ਾਹ। ਹਾਂਜੀ, ਪੂਰਬ ਮਹਿਮਾ ਸੁਣੀ ਤੁਮਾਰੀ। ਮਹਾਰਾਜ ਮੈਂ ਤੁਹਾਡੀ ਬੜੀ ਸਿਫਤ ਸੁਣੀ ਹੈ, ਬੜੀ ਮਹਿਮਾ ਸੁਣੀ, ਜਸ ਸੁਣਿਆ ਤੁਹਾਡਾ। ਅਬ ਮੈਂ ਆਨ ਹਜੂਰ ਨਿਹਾਰੀ। ਤੇ ਤੁਹਾਡੀ ਮਹਿਮਾ ਸੁਣ ਕੇ ਤੁਹਾਡੇ ਚਰਨਾਂ ਦੇ ਵਿੱਚ ਆਇਆ। ਮੇਰੇ ਤੇ ਮਿਹਰ ਕਰੋ ਤੇ ਮੈਨੂੰ ਉਪਦੇਸ਼ ਬਖਸ਼ੋ ਜੀ। ਤੁਸੀਂ ਵੀ ਅਰਦਾਸ ਕਰੋ। ਇਹ ਸਮਝੋ ਮਹਾਰਾਜ ਸਾਨੂੰ ਹੀ ਦੇਣ ਲੱਗੇ ਉਪਦੇਸ਼ ਦੀ। ਹਾਂਜੀ, ਪਰਿਓ ਰਹੋਂਗੋ ਰਾਵਰ ਸ਼ਰਣੀ। ਮਹਾਰਾਜ ਜੀ ਮੈਂ ਆਪ ਜੀ ਦੀ ਸ਼ਰਨ ਵਿੱਚ ਪਿਆ ਰਿਹਾ ਕਰਾਂਗਾ, ਆਪ ਜੀ ਦੇ ਚਰਨਾਂ ਵਿੱਚ ਰਿਹਾ ਕਰਾਂਗਾ। ਹਾਂਜੀ,
ਕਹੋ ਬਦਨ ਤੇ ਕਰੋ ਸੋ ਕਰਨੀ। ਜੋ ਆਪ ਜੀ ਕਹੋਗੇ ਉਹ ਮੈਂ ਕਰਾਂਗਾ। ਸੱਚੇ ਪਾਤਸ਼ਾਹ ਮੈਨੂੰ ਉਪਦੇਸ਼ ਬਖਸ਼ਿਸ਼ ਕਰੋ, ਮੇਰੇ ਤੇ ਮਿਹਰ ਕਰੋ। ਹਾਂਜੀ, ਸ਼੍ਰੀ ਮੁਖ ਤੇ ਉਪਦੇਸ਼ ਉਚਾਰਾ। ਹੁਣ ਮਹਾਰਾਜ ਕਹਿਣ ਲੱਗੇ ਜੇ ਕੀ ਮੰਗਿਆ ਸਿੱਖ ਨੇ? ਉਪਦੇਸ਼ ਮੰਗਿਆ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ, ਗੱਜ ਕੇ ਸਾਰੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਨੇ ਫਿਰ ਉਪਦੇਸ਼ ਦਿੱਤਾ। ਪਠ ਸੁਨ ਕਰ ਗੁਰ ਸ਼ਬਦ ਵਿਚਾਰਾ। ਵਾਹ ਜੀ ਵਾਹ। ਮਹਾਰਾਜ ਕਹਿੰਦੇ ਭਾਈ ਜਾਲਪ, ਮਹਾਰਾਜ ਗਰੀਬ ਨਵਾਜ ਕਹਿੰਦੇ ਆ ਭਾਈ ਜਮਾਲ ਸੱਚ। ਮਹਾਰਾਜ ਕਹਿੰਦੇ ਪਹਿਲਾਂ ਤੇ ਬਾਣੀ ਪੜ੍ਹਨੀ ਹੈ, ਜੇ ਸੁਣਨ ਦਾ ਮੌਕਾ ਲੱਗੇ ਤੇ ਸੁਣਨੀ ਵੀ ਹੈ ਜੀ। ਆਇਓ ਸੁਣਨ ਪੜਨ ਕਉ ਬਾਣੀ। ਬਾਣੀ ਪੜ੍ਹਨੀ ਹੈ, ਬਾਣੀ ਸੁਣਨੀ ਹੈ, ਤੇ ਫਿਰ ਬਾਣੀ ਦੀ ਵਿਚਾਰ ਕਰਨੀ ਹੈ ਜੀ। ਜਿਹੜਾ ਬਾਣੀ ਦੀ ਵਿਚਾਰ ਕਰਦਾ ਨਾ ਜੀ ਸੰਗਤ ਜੀ, ਉਹ ਸਹਿਜੇ ਸਹਿਜੇ ਗੁਰੂ ਜੀ ਦੇ ਨਾਲ ਜੁੜਨ ਲੱਗ ਪੈਂਦਾ ਹੈ ਜੀ। ਹਾਂਜੀ, ਤਰਹੁ ਸਿਦਕ ਤਿਮ ਕਰਮ ਕਮਾਵੋ। ਫਿਰ ਸਿਦਕ ਧਾਰ ਕੇ ਨਾ ਉਹਦੇ ਅਨੁਸਾਰ ਚੱਲਣਾ ਹੈ। ਹਾਂਜੀ, ਬੜੀ ਬਾਣੀ ਹੁਣ ਜਿਹੜੀ ਮਰਜ਼ੀ ਪੰਕਤੀ ਲੈ ਲਈਏ ਜੀ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਗਰੀਬੀ ਵੇਸ। ਇਹਨੂੰ ਸੁਣਨਾ, ਫਿਰ ਇਹਨੂੰ ਪੜ੍ਹਨਾ ਵੀ ਹੈ। ਹਾਂਜੀ, ਫਿਰ ਇਹਦੀ ਵਿਚਾਰ ਕਰਨੀ ਹੈ ਜੀ। ਮਹਾਰਾਜ ਕਹਿੰਦੇ ਮਨ ਨੂੰ ਹਾਲੀ ਬਣਾ ਲੈਣਾ, ਫਿਰ ਕਿਰਸਾਣੀ ਕਰਨੀ ਹੈ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ, ਮਿਹਨਤ ਦਾ ਪਾਣੀ ਪਾਉਣਾ ਜੀ ਇਸ ਸਰੀਰ ਰੂਪੀ ਖੇਤ ਵਿੱਚ। ਹੁਣ ਤੁਸੀਂ ਸਿਆਣੇ ਬੈਠੇ ਜੇ, ਪਹਿਲਾਂ ਹੱਲ ਵੀ ਵਾਹੀਏ ਜ਼ਮੀਨ 'ਚ। ਕਈ ਕਹਿੰਦੇ ਚੰਗੇ ਕਰਮ ਕਰੋ ਇਹੋ ਭਗਤੀ ਹੈ। ਧਿਆਨ ਨਾਲ ਸੁਣਿਓ, ਹੱਲ ਵੀ ਵਾਹ ਲਓ ਖੇਤ 'ਚ, ਪਾਣੀ ਵੀ ਲਾ ਲਓ, ਤੇ ਆਖੋ ਫਸਲ ਹੋ ਜੇ ਤੇ ਹੋ ਜਾਏਗੀ ਜੀ? ਨਹੀਂ ਹੋਏਗੀ ਜੀ। ਫਿਰ ਸੁਣ ਲਓ ਧਿਆਨ ਨਾਲ, ਹੱਲ ਵਾਹ ਲਿਆ ਜ਼ਮੀਨ 'ਤੇ, ਪਾਣੀ ਪਾ ਲਿਆ, ਕਿਆਰੀਆਂ ਬਣ ਗਈਆਂ, ਪਾਣੀ ਪਾ ਲਿਆ, ਪਾਣੀ ਦਿੱਤਾ ਉਹਨੂੰ ਚੰਗਾ ਜੀ, ਤੇ ਆਖੋ ਜੀ ਬਸ ਹੁਣ ਠੀਕ ਹੈ, ਇਹ ਇੰਨਾ ਹੀ ਕੰਮ ਸੀਗਾ, ਹੁਣ ਖੇਤੀ ਆਪੇ ਹੋ ਜਾਏਗੀ? ਹੋ ਜਾਏਗੀ ਜੀ? ਨਹੀਂ ਹੋਏਗੀ। ਕੀ ਰਹਿ ਗਿਆ ਜੀ? ਬੀਜ ਰਹਿ ਗਿਆ ਜੀ। ਚੰਗੇ ਕਰਮ ਕਰਨੇ ਇਸ ਤਰ੍ਹਾਂ ਹੈ ਜਿਵੇਂ ਹੱਲ ਵਾਹੁਣਾ ਪਾਣੀ ਪਾਉਣਾ ਜੀ। ਹਾਂਜੀ, ਇਹ ਜ਼ਰੂਰੀ ਹੈ, ਪਰ ਸੁੱਖਾਂ ਦੀ ਖੇਤੀ ਤੇ ਨਾਮ ਦੇ ਬੀਜ ਨਾਲ ਹੀ ਆਉਣੀ ਹੈ ਜੀ। ਤੇ ਬੀਜ ਕੀ ਜੀ? ਵਾਹਿਗੁਰੂ 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 ਵਾਹਿਗੁਰੂ। ਹੁਣ ਨਿਰਾ ਹੀ ਬੀਜ ਸੁੱਟੀ ਜਾਓ ਧਰਤੀ ਤੇ ਜੀ, ਤੇ ਨਾ ਹੱਲ ਵਾਇਆ ਹੋਵੇ, ਤੇ ਸੰਗਤ ਜੀ ਨਾ ਪਾਣੀ ਦਿੱਤਾ ਹੋਵੇ, ਨਾ ਮਿਹਨਤ ਹੀ ਕੀਤੀ ਹੋਵੇ, ਤਾਂ ਵੀ ਫਸਲ ਨਹੀਂ ਚ ਆਉਂਦੀ ਜੀ। ਫਸਲ ਲੈਣ ਵਾਸਤੇ ਸਭ ਕੁਝ ਹੀ ਕਰਨਾ ਪੈਣਾ ਜੀ। ਚੰਗੇ ਕੰਮ ਵੀ ਕਰਨੇ ਆ, ਤੇ ਨਾਲ ਨਾਲ ਨਾਮ ਵੀ ਜਪਣਾ ਹੈ। ਮਹਾਰਾਜ ਕਹਿੰਦੇ ਧਰੋ ਸਿਦਕ ਤਿਮ ਕਰਮ ਕਮਾਵੋ। ਸਿਦਕ ਧਾਰਨਾ ਸਿਦਕ ਜੀ, ਫਿਰ ਉਵੇਂ ਉਵੇਂ ਕੰਮ ਕਰਨਾ ਜੀ। ਹਾਂਜੀ, ਤਾਤ ਪਰੈ ਤਿਸ ਕੋ ਲਖ ਪਾਵੋ। ਤਾਤ ਪਰ ਜੋ ਸਮਝਣਾ ਬਾਣੀ ਦਾ, ਵੀ ਬਾਣੀ ਕਹਿ ਕੀ ਰਹੀ ਹੈ ਜੀ। ਤਤ ਭਾਵ ਸਮਝਣਾ, ਤਤ ਭਾਵ। ਹਾਂਜੀ, ਜੇ ਤਿਕ ਤਨ ਜਗ ਮਹਿ ਉਪਜਾਏ। ਆਖੋ ਸਾਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਮਹਾਰਾਜ ਕਹਿੰਦੇ ਜਿੰਨੇ ਵੀ ਸਰੀਰ ਸੰਸਾਰ ਵਿੱਚ ਹੈਗੇ ਆਪਾਂ ਸਾਰੇ ਹੀ। ਹਾਂਜੀ, ਪੰਚ ਤਤ ਕੇ ਅਖਿਲ ਬਿਨਾਏ। ਪੰਜ ਤੱਤਾਂ ਦੇ ਹੀ ਬਣੇ ਸਾਰੇ ਜੀ। ਪਰਮੇਸ਼ਰ ਦੀ ਸਭ ਤੋਂ ਵਧੀਆ ਰਚਨਾ ਸਰੀਰ ਹੀ ਹੈਗਾ ਜੀ ਬੰਦੇ ਦਾ। ਅੱਗ, ਹਵਾ, ਪਾਣੀ, ਧਰਤੀ, ਆਕਾਸ਼। ਧਰਤੀ ਦਾ ਤੱਤ ਮਿੱਟੀ ਹੈ। ਹਾਂਜੀ,
ਤੇ ਸੰਗਤ ਜੀ ਇਹ ਪੰਜ ਤੱਤ ਨੇ ਜੀ। ਪੰਜ ਤੱਤ ਕੋ ਤਨ ਰਚਿਓ ਜਾਨਹੁ ਚਤੁਰ ਸੁਜਾਨ। ਹਾਂਜੀ। ਘਾਟ ਨਾ ਬਾਦ ਏਕ ਸਮ ਜਾਨੋ। ਹਰ ਇੱਕ ਵਿੱਚ ਪੰਜ ਤੱਤ ਪੂਰੇ ਨੇ ਤੇ ਸਰੀਰ ਬਣਿਆ ਜੀ। ਮਹਾਰਾਜ ਕਹਿੰਦੇ ਭਾਈ ਜਮਾਲ ਕਿਸੇ ਦੇ ਵਿੱਚ ਇੱਕ ਤੱਤ ਘੱਟ ਨਹੀਂ ਹੈਗਾ ਤੇ ਕਿਸੇ 'ਚ ਇੱਕ ਤੱਤ ਵੱਧ ਨਹੀਂ ਹੈਗਾ ਜੀ। ਇਹ ਨਹੀਂ ਵੀ ਕਿਸੇ 'ਚ ਰੱਬ ਨੇ 4 ਪਾਤੇ ਤੇ ਕਿਸੇ 'ਚ 6 ਪਾਤੇ ਜੀ। ਸਾਰਿਆਂ ਦੇ ਪੰਜ ਤੱਤ ਹੀ ਨੇ ਪੂਰੇ ਜੀ। ਹਾਂਜੀ। ਅੰਤః ਕਰਣ ਇੰਦ੍ਰਿਹ ਤਨ ਮਾਨੋ। ਗੱਜ ਕੇ ਆਖੋ। ਫਿਰ ਮਹਾਰਾਜ ਕਹਿੰਦੇ ਅੰਤঃਕਰਣ ਵੀ ਸਾਰਿਆਂ ਦੇ ਵਿੱਚ ਉਹੀ ਹੈ। ਮਨ ਬੁੱਧ ਚਿੱਤ ਹੰਕਾਰ। ਅੰਤঃਕਰਣ ਬਾਹਰਲੀਆਂ ਇੰਦਰੀਆਂ ਵੀ ਇੱਕ ਬਰਾਬਰ ਨੇ ਜੀ, ਇੱਕੋ ਜਿਹਾ ਕੰਮ ਕਰਦੀਆਂ ਜੀ। ਮੈਂ ਇੱਕ ਦਿਨ ਗੱਡੀ 'ਚ ਬੈਠਿਆ ਹਰਿਮੰਦਰ ਸਾਹਿਬ ਨੂੰ ਜਾ ਰਿਹਾ ਤੇ ਸਾਹਮਣਿਓਂ ਬੜੀਆਂ ਸੰਗਤਾਂ ਆ ਰਹੀਆਂ ਜੀ। ਤੇ ਮੈਂ ਮਨ 'ਚ ਸੋਚਾਂ ਵੀ ਵੇਖੋ ਰੱਬ ਦੀ ਖੇਡ। ਪੰਜ ਤੱਤ ਹੀ ਸਾਰਿਆਂ ਦੇ ਆ ਜੀ। ਸਭ ਨੂੰ 2 ਅੱਖਾਂ, 2 ਨੱਕ, 1 ਨੱਕ, 2 ਕੰਨ, ਸਾਰਿਆਂ ਨੂੰ ਓਨੇ ਹੀ ਅੰਗ ਲੱਗੇ ਆ। ਪਰ ਕਿੱਡੀ ਵੱਡੀ ਵਾਹਿਗੁਰੂ ਦੀ ਰਚਨਾ, ਕੋਈ ਕਿਸੇ ਨਾਲ ਨਹੀਂ ਰਲਦਾ। ਕੋਈ ਨਹੀਂ ਕਿਸੇ ਨਾਲ ਰਲਦਿਆ। ਕਿਸੇ ਦਾ ਮਾੜਾ ਜਿਹਾ ਕੱਦ ਉੱਚਾ ਹੀ ਤੇ ਕਿਸੇ ਦਾ ਨੀਵਾਂ ਹੀ। ਫਿਰ ਵੇਖ ਲਓ ਕਿੱਡੇ ਕਮਾਲ ਦੀ ਗੱਲ ਹੈ। ਇੱਕੋ ਜਿਹਾ ਹੀ ਸਰੀਰ ਸਾਰਿਆਂ ਦਾ ਤੇ ਆਵਾਜ਼ ਨਹੀਂ ਕਿਸੇ ਦੀ ਰਲਦੀ ਜੀ। ਆਵਾਜ਼ਾਂ ਆਪਣੋ ਆਪਣੀਆਂ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਪਰ ਕਮਾਲ ਦੀ ਗੱਲ ਇਹ ਹੈ ਵੀ ਸਰੀਰ ਤੇ ਸਭ ਦਾ ਇੱਕੋ ਜਿਹਾ ਨਾ ਜੀ। ਉਹ 5 ਹੀ ਉਂਗਲਾਂ ਜੀ ਸਭ ਦੀਆਂ, 4 ਉਂਗਲਾਂ 1 ਅੰਗੂਠਾ ਜੀ। ਸਭ ਹੱਥ ਵੀ ਉਹੋ ਜਿਹਾ ਜੀ। ਹਾਂਜੀ। ਜਹ ਕਹਿ ਇੱਕ ਚੇਤਨ ਸਭ ਮਾਹੀ। ਮਹਾਰਾਜ ਕਹਿੰਦੇ ਵੇਖੋ ਇੱਕੋ ਜਿਹਾ ਸਰੀਰ ਹੈ ਸਾਰਿਆਂ ਦਾ। ਚੇਤਨ ਸੱਤਾ ਵੀ ਇੱਕੋ ਜਿਹੀ ਹੈ ਜੀ। ਅੰਦਰ ਰੱਬ ਇੱਕੋ ਹੀ ਹੈ ਜੀ ਸਾਰਿਆਂ ਦੇ ਜੀ। ਹਾਂਜੀ। ਚੇਤਨ ਵਿਖੇ ਭੇਦ ਕੁਛ ਨਾਹੀ। ਉਸ ਰੱਬ ਵਿੱਚ ਫਰਕ ਕੋਈ ਨਹੀਂ ਹੈਗਾ। ਕੱਲ ਵੀ ਬੇਨਤੀ ਕੀਤੀ ਨਾ, ਪਰਮੇਸ਼ਰ ਜੀ ਨੇ ਕਿਹਾ ਫਕੀਰ ਨੂੰ ਕੋਈ ਗੱਲ ਨਹੀਂ, ਕਹਿੰਦੇ ਮੈਂ ਬੰਦੇ ਦੇ ਮਨ 'ਚ ਬਹਿ ਜਾਣਾ ਤੇ ਉੱਥੇ ਨਹੀਂ ਬੰਦੇ ਨੇ ਲੱਭਣਾ ਮੈਨੂੰ, ਬਾਰ-ਬਾਰ ਲੱਭੂਗਾ ਬੰਦਾ। ਪਰਮੇਸ਼ਰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵੀ ਉਹ ਆਤਮਾ 'ਚ ਕੋਈ ਫਰਕ ਨਹੀਂ ਹੈਗਾ। ਹਾਂਜੀ। ਜੇ ਇਮ ਜਾਣੈ ਸਿੱਖ ਹੈ ਸੇਈ। ਹਾਂਜੀ। ਜਨਮ ਮਰਨ ਬੰਧਨ ਹੱਥ ਤੇਈ। ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ ਹਰ ਇੱਕ ਨੂੰ ਸਮਝਣਾ ਇਹ ਸਾਰਿਆਂ 'ਚ ਰੱਬ ਹੀ ਵਰਤ ਰਿਹਾ। ਰੱਬ ਵਰਤ ਰਿਹਾ। ਇਹ ਭਾਵ ਰੱਖ ਕੇ ਜਨਮ ਜਨਮ ਦੇ ਬੰਧਨ ਟੁੱਟ ਜਾਣਗੇ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਪਰ ਮੈਂ ਸੱਚੀ ਗੱਲ ਦੱਸਦਾ, ਨਹੀਂ ਰੱਖਿਆ ਜਾਂਦਾ ਇਹ ਭਾਵ ਜੀ। ਇਹ ਭਾਵ ਨਹੀਂ ਰੱਖਿਆ ਜਾਂਦਾ ਸਾਡੇ ਕੋਲੋਂ। ਹਾਂ ਮਹਾਰਾਜ ਕਹਿੰਦੇ ਕੋਈ ਨਹੀਂ, ਸਿਦਕ ਰੱਖੋ, ਹੌਲੀ ਹੌਲੀ ਕਮਾਉਣ ਦਾ ਯਤਨ ਕਰੋ, ਕੋਈ ਗੱਲ ਨਹੀਂ। ਜੇ ਨਹੀਂ ਵੀ ਸਮਝਿਆ ਜਾਂਦਾ ਕੋਈ ਨਹੀਂ। ਹਾਂਜੀ। ਇੱਕ ਦੂਜੇ ਨਾਲ ਈਰਖਾ ਕੋਈ ਗੱਲ ਨਹੀਂ। ਸਿਦਕ ਧਾਰੋ, ਹੌਲੀ ਹੌਲੀ ਉਸ ਪਾਸੇ ਲੱਗੋ। ਹਾਂਜੀ। ਸੁਨ ਜਮਾਲ ਨੇ ਪ੍ਰਸ਼ਨ ਬਖਾਨਾ। ਭਾਈ ਜਮਾਲ ਜੀ ਸੁਣ ਕੇ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅੱਗੋਂ ਕਹਿਣ ਲੱਗੇ, ਇੱਕ ਚੇਤਨ ਜੇ ਹੈ ਸਭ ਥਾਨਾ। ਹੈ ਸੱਚੇ ਪਾਤਸ਼ਾਹ, ਜੇ ਇੱਕ ਚੇਤਨ ਹੀ ਹੈ ਸਭ ਥਾਵਾਂ ਤੇ, ਜੇ ਇੱਕੋ ਥਾਂ ਸਾਰਿਆਂ 'ਚ ਵਾਹਿਗੁਰੂ ਇੱਕੋ ਹੀ ਹੈ। ਹਾਂਜੀ। ਤਉ ਆਹਾਰ ਕਰਬੇ ਇੱਕ ਸੰਗ। ਹਾਂਜੀ। ਕਹੋ ਨਾ ਤ੍ਰਿਪਤ ਹੋਵੇ ਸਰਬੰਗ। ਗੱਜ ਕੇ ਆਖੋ। ਤੇ ਸੱਚੇ ਪਾਤਸ਼ਾਹ ਤਉ ਆਹਾਰ ਕਰਬੇ ਇੱਕ ਸੰਗ, ਕਿਉਂ ਨਾ ਤ੍ਰਿਪਤ ਹੋਵੇ ਸਰਬੰਗ। ਮਾਰਾ ਫਿਰ ਸਾਰਿਆਂ ਦਾ ਖਾਣਾ ਦਾਣਾ ਇੱਕ ਕਿਉਂ ਨਹੀਂ ਹੈਗਾ ਜੀ। ਕੋਈ ਘੱਟ ਖਾਂਦਾ ਤੇ ਕੋਈ ਵੱਧ ਖਾਂਦਾ। ਕੋਈ ਘੱਟ ਖਾ ਕੇ ਰੱਜ ਜਾਂਦਾ ਤੇ ਕੋਈ ਵੱਧ ਖਾ ਕੇ ਵੀ ਨਹੀਂ ਰੱਜਦਾ ਜੀ। ਰੱਜਦਾ ਹੀ ਨਹੀਂ ਹੈਗਾ ਜੀ। ਹਾਂਜੀ। ਇੱਕ ਕੇ ਗਿਆਨ ਹੋਣ ਕਰ ਸਾਰੇ। ਕਯੋ ਅਗਿਆਨ ਕੋਈ ਨਹਿ ਸਾਰੇ। ਸੱਚੇ ਪਾਤਸ਼ਾਹ ਜੇ ਸਾਰਿਆਂ 'ਚ ਉਹੋ ਹੀ ਵਾਹਿਗੁਰੂ ਹੈ, ਬਰਾਬਰ ਹੀ ਰੱਬ ਦੀ ਜੋਤ ਹੈਗੀ ਹੈ। ਇੱਕ ਬੜੇ ਸਿਆਣੇ ਤੇ ਇੱਕ ਮੂਰਖ ਹੈਗੇ ਨੇ ਮਹਾਰਾਜ। ਇੱਕ ਅਗਿਆਨੀ ਨੇ। ਕਿਉਂ ਹੈ ਜੀ? ਇਹ ਤਾਂ ਆਮ ਹੀ ਪ੍ਰਸ਼ਨ ਹੈ ਸਾਰਿਆਂ ਦਾ ਵੀ ਜੇ ਸਾਰਿਆਂ 'ਚ ਰੱਬ ਹੀ ਵਰਤਦਾ ਤੇ ਇੱਕ ਬਲਾਤਕਾਰ ਕਰਨ ਦਿਆ ਉਹਦਾ ਕੀ ਕਰਾਂਗੇ ਫਿਰ? ਇਹ ਕਵਾਂਗੇ ਰੱਬ ਨੇ ਕੀਤਾ। ਹਾਂਜੀ।
ਇੱਕ ਪਾਪ ਕਰਨ ਦਿਆ ਉਹਦਾ ਕੀ ਹੋਏਗਾ? ਭਾਈ ਸਾਹਿਬ ਕਹਿੰਦੇ ਆ ਮਹਾਰਾਜ ਨਾ ਤੇ ਇੱਕੋ ਜਿਹਾ ਖਾਂਦੇ ਪੀਂਦੇ ਸਾਰੇ, ਤੇ ਜੇ ਮਹਾਰਾਜ ਇੱਕ ਗਿਆਨੀ ਹੈ ਤੇ ਦੂਜਾ ਅਗਿਆਨੀ ਹੈ। ਹਾਂਜੀ। ਜੋ ਅਚਵੈ ਸੋਈ ਤ੍ਰਿਪਤਾਵੈ, ਜੋ ਗਿਆਨੀ ਸੋ ਕੇਵਲ ਪਾਵੈ। ਗੱਜ ਕੇ ਆਖੋ। ਤੇ ਕਈ ਤੇ ਮਹਾਰਾਜ ਛਕ ਕੇ ਰੱਜ ਜਾਂਦੇ ਆ, ਕਈ ਇੱਥੇ ਭੁੱਖੇ ਵੀ ਰਹਿੰਦੇ। ਤੇ ਸੱਚੇ ਪਾਤਸ਼ਾਹ ਜਿਹੜਾ ਗਿਆਨੀ ਹੈ ਉਹੋ ਹੀ ਕੇਵਲ ਮੁਕਤੀ ਨੂੰ ਪ੍ਰਾਪਤ ਹੋ ਰਿਹਾ, ਬਾਕੀ ਤੇ ਮੁਕਤੀ ਨੂੰ ਪ੍ਰਾਪਤ ਹੀ ਨਹੀਂ ਹੋ ਰਹੇ। ਹਾਂਜੀ। ਸ਼੍ਰੀ ਮੁਖ ਤੇ ਸ਼ੁਭ ਉਤਰ ਦੀਨ, ਹਾਂ। ਘਟ ਮਠ ਨਾਨਾ ਜੈ ਕੈ ਚੀਨ। ਅੱਗੋਂ ਫਿਰ ਸੱਚੇ ਪਾਤਸ਼ਾਹ ਉੱਤਰ ਦੇਣਗੇ ਜੀ। ਉਹ ਉੱਤਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਮਹਾਰਾਜ ਜੀ ਦੇ ਬੜੇ ਗੋਝ ਬਚਨ ਨੇ, ਤੇ ਜੇ ਮੈਂ ਇੱਕੋ ਦਿਨ ਹੀ ਤੁਹਾਨੂੰ ਸਾਰਾ ਸੁਣਾਤਾ ਤੇ ਫਿਰ ਯਾਦ ਨਹੀਂ ਰਹਿਣਾ ਜੀ ਤੁਹਾਨੂੰ ਜੀ। ਹਾਂਜੀ। ਅਜੇ ਤਾਂ ਆਪਾਂ 4 ਤਰ੍ਹਾਂ ਦੀ ਚਰਚਾ ਜਿਹੜੀ ਉਹ ਵੀ ਚੇਤਾ ਰੱਖਣੀ ਜੀ। ਵਟੰਡਾ ਤੇ ਜਲਪ ਨਹੀਂ ਕਰਨੀ ਜੀ। ਹਾਂਜੀ। ਵਾਦ ਹੇਤ ਕਰਨੀ ਹੈ, ਵਟੰਡਾ ਤੇ ਜਲਪ ਨਹੀਂ ਕਰਨੀ ਜੀ। ਖੰਡਨ ਨਹੀਂ ਕਰੀ ਜਾਣਾ। ਕਈ ਬੰਦਿਆਂ ਦਾ ਪਤਾ ਕੀ ਹੁੰਦਾ ਜੀ, ਮੈਂ ਵੇਖਿਆ ਜੀ, ਗੱਲਬਾਤ ਦਾ ਤਰੀਕਾ ਜੀ, ਆਪਾਂ ਕਵਾਂਗੇ ਵੀ ਆਹ ਕੰਮ ਸੱਜੇ ਜਾਣਾ, ਸੱਜੇ ਜਾਣਾ। ਹਾਂਜੀ। ਤੇ ਉਹ ਇੱਕ ਵਾਰੀ ਨਾ ਜ਼ਰੂਰ ਕਹਿਣਗੇ, ਜਾਣਾ ਭਾਵੇਂ ਸੱਜੇ ਹੋਵੇ ਜੀ। ਨਹੀਂ 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 ਕਹਿੰਦੇ, ਫਿਰ ਕਹਾਂਗੇ ਨਹੀਂ ਨਹੀਂ ਕੋਈ ਨਹੀਂ ਸੱਜੇ ਚੱਲ ਜਾਂਦੇ। ਆਖੋ ਵਾਹਿਗੁਰੂ। ਮਤਲਬ ਸੁਭਾਅ ਬਣਿਆ ਨਾ ਜੀ, ਸੁਭਾਅ ਬਣਿਆ ਜੀ। ਹਾਂਜੀ। ਇਹ ਸੁਭਾਅ ਬਦਲਨੇ ਰੱਬ ਦੀ ਮਿਹਰ ਵਾਲਾ ਹੀ ਕੰਮ ਹੈਗਾ ਸਾਧ ਸੰਗਤ ਜੀ। ਕੋਈ ਗੱਲ ਨਹੀਂ। ਮਹਾਰਾਜ ਕਹਿੰਦੇ ਹੌਲੀ ਹੌਲੀ ਲੱਗੇ ਰਹੋ, ਲੱਗੇ ਰਹੋ। ਤੇ ਬਾਣੀ ਪੜ੍ਹਨੀ ਹੈ, ਸੁਣਨੀ ਵੀ ਹੈ, ਤੇ ਬਾਣੀ ਵਿਚਾਰਨੀ ਵੀ ਹੈ ਜੀ। ਕਈ ਬੰਦੇ ਬਾਣੀ ਸੁਣਦੇ ਆ, ਪੜ੍ਹਦੇ ਨਹੀਂ ਹੈਗੇ ਜੀ। ਹਾਂਜੀ। ਸੁਣਦੇ ਆ ਪਰ ਪੜ੍ਹਦੇ ਨਹੀਂ ਜੀ। ਉਹ ਕਹਿੰਦੇ ਬਸ ਠੀਕ ਹੈ, ਪੜ੍ਹਨ ਦੀ ਲੋੜ ਨਹੀਂ ਹੈਗੀ। ਮਹਾਰਾਜ ਕਹਿੰਦੇ ਸ਼ਬਦ ਪੜ੍ਹਨਾ ਵੀ ਹੈ, ਸ਼ਬਦ ਸੁਣਨਾ ਵੀ ਹੈ, ਤੇ ਸ਼ਬਦ ਵਿਚਾਰਨਾ ਵੀ ਹੈ, ਤੇ ਹੌਲੀ ਹੌਲੀ ਕਮਾਈ ਕਰਨੀ ਹੈ। ਹੌਲੀ ਹੌਲੀ ਉਹਦੀ ਕਮਾਈ ਕਰਨੀ, ਉਸ ਪਾਸੇ ਨੂੰ ਤੁਰਨਾ ਹੈ ਜੀ, ਉਸ ਪਾਸੇ ਨੂੰ, ਰੱਬ ਵਾਲੇ ਪਾਸੇ ਨੂੰ ਜੀ। ਹਾਂਜੀ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮਿਹਰ ਕਰਨ। ਹੁਣ ਆਪਾਂ ਕੁਝ ਸਮਾਂ ਨਾਮ ਜਪੀਏ। ਸ਼ਬਦ ਇਹੋ ਹੀ ਕਹਿ ਰਿਹਾ ਜੀ, ਨਾਮ ਵੱਡੀ ਵਡਿਆਈ, ਸੁਖ ਸ਼ਿੰਗਾਰ ਸਤਿਗੁਰੂ ਦਿਖਾਇਆ, ਹਰ ਨਾਮ ਵੱਡੀ ਵਡਿਆਈ। ਨਾਮ ਦੀ ਵੱਡੀ ਵਡਿਆਈ ਹੈ, ਨਾਮ ਦੀ ਬੜੀ ਵੱਡੀ ਵਡਿਆਈ ਹੈ। ਸੋ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਕਹੋ ਵਾਹਿਗੁਰੂ। ਫਿਰ ਜੋ ਜੀਭ ਤੋਂ ਬੋਲਣਾ ਉਹ ਕੰਨਾਂ ਤੋਂ ਸੁਣਨਾ ਵੀ ਹੈ ਜੀ। ਜੋ ਬੋਲਣਾ ਉਹ ਸੁਣਨਾ ਹੈ। ਫਿਰ ਹੌਲੀ ਹੌਲੀ ਸੁਰਤ ਜੁੜਦੀ ਜੀ। ਜ਼ੋਰ ਨਹੀਂ ਲਾਉਣਾ, ਪਿਆਰ ਨਾਲ ਸਾਰੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ। ਗਿਆਨੀ ਕਥਾਵਾਚਕ ਬਹੁਤ ਸਾਰੀਆਂ ਗੱਲਾਂ ਪੜ੍ਹਦੇ ਆ ਤੇ ਤੁਹਾਨੂੰ ਬਹੁਤ ਸਾਰੀਆਂ ਸੁਣਾਉਂਦੇ ਆ ਜੀ। ਇਸੇ ਤਰ੍ਹਾਂ ਹੁੰਦਾ ਨਾ ਜੀ। ਪਰ ਵੇਖਣ 'ਚ ਨਹੀਂ ਕੁਝ ਮਿਲਦਾ ਜੀ। ਬੜੀਆਂ ਗੱਲਾਂ ਵੇਖਣ ਨੂੰ ਨਹੀਂ ਮਿਲਦੀਆਂ। ਗਿਆਨੀ ਸਿੰਘ ਸੁਣਾਉਂਦੇ ਆ, ਸੰਗਤਾਂ ਸੁਣਦੀਆਂ ਨੇ। ਸੁਣਨ ਨਾਲ ਤੇ ਸੁਣਾਉਣ ਦਾ ਫਾਇਦਾ ਹੁੰਦਾ ਜੀ, ਪੁੰਨ ਬਣਦੇ ਆ। ਪਰ ਉਹ ਗੱਲਾਂ ਵੇਖਣ ਨੂੰ ਨਹੀਂ ਮਿਲਦੀਆਂ ਜੀ। ਹਾਂਜੀ। ਵੇਖਣ ਨੂੰ ਕਦੋਂ ਮਿਲਣਗੀਆਂ? ਜਦੋਂ ਤੁਸੀਂ ਨਾਮ ਨਾਲ ਜੁੜੋਗੇ ਸਾਰੇ ਜੀ। ਅਸੀਂ ਨਾਮ ਨਾਲ ਜੁੜਾਂਗੇ। ਮਹਾਰਾਜ ਕਹਿੰਦੇ ਨਾਮ ਦੀ ਬੜੀ ਵੱਡੀ ਵਡਿਆਈ 'ਚ, ਤੇ ਨਾਮ ਤੁਹਾਨੂੰ ਸੁੱਖ ਦੇਵੇਗਾ। ਹਾਂਜੀ। ਹੁਣ ਨਾਮ ਸੁੱਖ ਦੇਵੇਗਾ ਜੀ, ਕੋਈ ਸ਼ੱਕ ਨਹੀਂ, ਪਰ ਜਪਣਾ ਤੇ ਪੈਣਾ ਨਾ ਜੀ।
ਜਿਨ੍ਹਾਂ ਜਪਿਆ ਫਿਰ ਉਹ ਦੱਸਦੇ, ਕਹਿੰਦੇ ਜੀ ਅਸੀਂ ਬਹੁਤ ਸੁਖੀ ਹੈਗੇ ਹਾਂ ਜੀ। ਇਸ ਕਰਕੇ ਸਾਰੇ ਪਿਆਰ ਨਾਲ ਕਹੋ ਵਾਹਿਗੁਰੂ 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 ਵਾਹਿਗੁਰੂ। ਜ਼ਮੀਨ ਤੇ ਹਲ ਵਾਇਆ ਹੋਵੇ ਜੀ, ਹਾਂਜੀ, ਤੇ ਪਾਣੀ ਦਿੱਤਾ ਹੋਵੇ ਜੀ, ਭਾਵ ਤਿਆਰੀ ਕੀਤੀ ਹੋਵੇ ਜੀ, ਤੇ ਫਿਰ ਬੀਜ ਭਾਵੇਂ ਡਿੱਗੇ ਪੁੱਠਾ ਤੇ ਭਾਵੇਂ ਡਿੱਗੇ ਸਿੱਧਾ, ਉਹਨੇ ਉੱਗ ਹੀ ਪੈਣਾ ਜੀ। ਹਾਂਜੀ, ਬੰਦਾ ਨੇਕ ਕਰਮ ਕਰੇ ਜੀ, ਚੰਗੇ ਕੰਮ ਕਰਨੇ, ਪਰਮੇਸ਼ਰ ਦੇ ਭੈ 'ਚ ਰਹਿਣਾ, ਇਹ ਸਮਝੋ ਵੀ ਜ਼ਮੀਨ ਵਾਹੁਣ ਵਾਲੀ ਗੱਲ ਹੀ ਹੈਗੀ ਜੀ। ਚੰਗੇ ਕੰਮ ਕਰੀ ਚੱਲੇ ਤੇ ਫਿਰ ਭਾਵੇਂ ਉੱਠਦਿਆਂ ਬੈਠਦਿਆਂ ਵੀ ਵਾਹਿਗੁਰੂ ਵਾਹਿਗੁਰੂ ਕਰੇ, ਉਹਨੇ ਸੁੱਖਾਂ ਦੀ ਫਸਲ ਮਿਲ ਹੀ ਜਾਣੀ ਹੈ ਜੀ, ਮਿਲ ਹੀ ਜਾਣੀ ਹੈ ਜੀ। ਹਾਂਜੀ, ਇਸੇ ਕਰਕੇ ਮਹਾਰਾਜ ਕਹਿੰਦੇ ਵਿਚਾਰੀ ਚੱਲਣਾ ਤੇ ਹੌਲੀ ਹੌਲੀ ਲੱਗੇ ਰਹਿਣਾ ਜੀ, ਲੱਗੇ ਰਹਿਣਾ ਜੀ। ਕਈ ਕਹਿੰਦੇ ਸਾਡੀ ਅੱਜ ਹੀ ਗੱਲ ਬਣ ਜੇ, ਹੁਣੇ ਬ੍ਰਹਮ ਗਿਆਨੀ ਬਣ ਜੀਏ, ਨਹੀਂ, ਇੰਝ ਨਹੀਂ ਹੁੰਦਾ। ਇਹ ਬੜੇ ਹੀ ਸਹਿਜ ਦਾ ਮਾਰਗ ਹੈਗਾ, ਬੜੇ ਟਿਕਾਊ ਦਾ ਮਾਰਗ ਹੈਗਾ ਜੀ। ਇਹ ਤੇ ਹੌਲੀ ਹੌਲੀ ਤੁਰਿਆਂ ਤੁਰਿਆਂ ਮਿਹਰ ਹੋ ਜਾਣੀ ਜੀ, ਗੱਲ ਬਣਨੀ ਮਿਹਰ ਨਾਲ ਜੀ। ਤੇ ਮਿਹਰ ਪ੍ਰਾਪਤ ਕਰਨ ਲਈ ਬਾਣੀ ਪੜ੍ਹਨੀ, ਨਾਮ ਜਪਣਾ, ਸੇਵਾ ਕਰਨੀ ਹੈ ਜੀ। ਗੱਲ ਕਿਹਦੇ ਨਾਲ ਬਣਨੀ ਹੈ?
ਮਿਹਰ ਨਾਲ, ਕਿਰਪਾ ਨਾਲ। ਤੇ ਕਿਰਪਾ ਪ੍ਰਾਪਤ ਕਰਨ ਲਈ ਬਾਣੀ ਪੜ੍ਹਨੀ ਹੈ ਤੇ ਨਾਮ ਜਪਣਾ, ਸੇਵਾ ਕਰਨੀ ਹੈ ਜੀ। ਸੋ ਗੁਰੂ ਜੀ ਸਾਡੇ ਤੇ ਮਿਹਰ ਕਰਨ, ਕਿਰਪਾ ਕਰਨ, ਬਖਸ਼ਿਸ਼ ਕਰਨ। ਇਹਦੇ ਤੋਂ ਅੱਗੇ ਗੁਰੂ ਜੀ ਉੱਤਰ ਦੇਣਗੇ, ਉਹ ਆਪਾਂ ਕੱਲ ਨੂੰ ਸੁਣਾਂਗੇ। ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।